ਡੀ ਪੰਜਾਬੀ ਦੇ ਇਸ ਮੰਚ ਤੇ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਅੱਜ ਸਾਡੇ ਨਾਲ ਖਾਸ ਤੌਰ ਤੇ ਸਟੂਡੀਓ ਵਿੱਚ ਹਾਜ਼ਰ ਨੇ ਦ ਇਮੀਗ੍ਰੇਸ਼ਨ ਲਾਂਚ ਤੋਂ ICCRC ਮਿਸਟਰ ਜਤਿਨ ਸਾਨੀ ਜੀ। ਸੋ ICCRC ਮੈਂਬਰ ਅਸੀਂ ਹਰ ਸ਼ੋਅ ਦੇ ਵਿੱਚ ਕਹਿੰਦੇ ਆ ਉਹ ਸ਼ਖਸ, ਉਹ ਲਾਇਸੈਂਸ ਹੈ ਜਿਹੜਾ ਉਸ ਸ਼ਖਸ ਨੂੰ ਮਿਲਦਾ ਹੈ ਜਿਹੜਾ ਕੈਨੇਡਾ ਸਰਕਾਰ ਅੰਬੈਸੀ ਤੋਂ ਅਪਰੂਵਡ ਹੁੰਦੇ ਨੇ। ਇਹਨਾਂ ਦੀ ਹਰ ਇੱਕ ਐਕਟੀਵਿਟੀ ਦੇ ਉੱਤੇ, ਹਰ ਇੱਕ ਕੰਮ ਕਾਰ ਦੇ ਉੱਤੇ ਸਰਕਾਰ ਦੀ ਨਜ਼ਰ ਰਹਿੰਦੀ ਹੈ। ਅੱਜ ਅਸੀਂ ਦੇਖਦੇ ਹਾਂ ਕਿ ਤੁਸੀਂ ਬਾਹਰ ਭੇਜਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ, ਖਾਸ ਤੌਰ ਤੇ ਕੈਨੇਡਾ ਦੀ ਗੱਲ ਕਰ ਰਹੇ ਹਾਂ, ਕੈਨੇਡਾ ਜਾਣ ਵਾਲੇ ਲੋਕਾਂ ਲਈ। ਤੁਸੀਂ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਹੋ, ਤੁਹਾਨੂੰ ਪਤਾ ਨਹੀਂ ਲੱਗਦਾ ਅਸੀਂ ਕਿਹਦੇ ਕੋਲੋਂ ਅਪਲਾਈ ਕਰੀਏ। ਹਰ ਇੱਕ ਕੰਸਲਟੈਂਟ ਨੇ ਆਪਣੇ ਘਰ ਦੇ ਬਾਹਰ, ਆਪਣੇ ਦਫ਼ਤਰ ਦੇ ਬਾਹਰ ਕੈਨੇਡਾ ਸਟੱਡੀ ਇਨ ਕੈਨੇਡਾ ਦਾ ਬੋਰਡ ਲਗਾਇਆ ਹੈ। ਕੀ ਉਹ ਕਾਨੂੰਨੀ ਰੂਪ ਵਿੱਚ ਤੁਹਾਨੂੰ ਕੈਨੇਡਾ ਭੇਜ ਸਕਦੇ ਆ? ਜਵਾਬ ਹੈ ਨਹੀਂ ਭੇਜ ਸਕਦੇ, ਕਿਉਂਕਿ ਕੈਨੇਡਾ ਸਰਕਾਰ ਵੱਲੋਂ ਅਪਰੂਵ ਕੀਤੇ ਕੰਸਲਟੈਂਟ, ਅਪਰੂਵ ਕੀਤੇ ਏਜੰਟਸ ਜਿਹਨੂੰ ਕਹਿ ਸਕਦੇ ਹਾਂ, ਉਹ ICCRC ਮੈਂਬਰ ਹੁੰਦੇ ਨੇ। ਸੋ ICCRC ਮੈਂਬਰ ਕੀ ਕਾਉਂਸਲ ਕਰ ਰਿਹਾ ਹੈ, ਕੀ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਹੈ, ਕਿਹੜੇ ਕਾਲਜ ਨੂੰ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹੈ, ਕਿੱਥੇ ਤੁਹਾਡੀ PR ਅਪਲਾਈ ਕਰ ਰਿਹਾ ਹੈ, ਉਹ ਕੀ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਹੈ, ਹਰ ਇੱਕ ਇਨਫੋਰਮੇਸ਼ਨ ਦੇ ਉੱਤੇ ਕੈਨੇਡਾ ਸਰਕਾਰ ਦਾ ਨਜ਼ਰ ਹੁੰਦੀ ਹੈ। ਕੈਨੇਡਾ ਸਰਕਾਰ ਉੱਤੇ ਦੇਖ ਰੇਖ ਕਰਦੀ ਹੈ ਕਿ ਕੋਈ ਆਪਣੇ ਜਿਹੜੇ ਕਲਾਇੰਟਸ ਨੂੰ ਕੋਈ ICCRC ਮੈਂਬਰ ਗੁੰਮਰਾਹ ਤਾਂ ਨਹੀਂ ਕਰ ਰਿਹਾ। ਸੋ ਅੱਜ ਇਸ ਕਰਕੇ ICCRC ਮੈਂਬਰ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਆ, ਤਾਂ ਕਿ ਪੰਜਾਬ ਦੇ ਲੋਕ ਜਦੋਂ ਬਾਹਰ ਜਾਣ ਦੀ ਗੱਲ ਕਰਦੇ ਆ, ਅਪਲਾਈ ਚਾਹੇ ਜਿੱਥੋਂ ਮਰਜ਼ੀ ਕਰੋ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਨੂੰਨੀ ਰੂਪ ਦੇ ਵਿੱਚ ਤੁਸੀਂ ਕਿਵੇਂ ਬਾਹਰ ਜਾ ਸਕਦੇ ਹੋ, ਕਾਨੂੰਨੀ ਨੁਕਤੇ ਕੀ ਆ, ਕਾਨੂੰਨ ਕੀ ਕਹਿੰਦਾ ਹੈ। ਸੋ ਅੱਜ ਉਸ ਬਾਰੇ ਚਰਚਾ ਕਰਾਂਗੇ ਮਿਸਟਰ ਜਤਿਨ ਸਾਨੀ ਹੁਣਾਂ ਦੇ ਨਾਲ। ICCRC ਮੈਂਬਰ ਨੇ ਦਾ ਇਮੀਗ੍ਰੇਸ਼ਨ ਲਾਂਚ ਤੋਂ, ਜਲੰਧਰ ਵਿੱਚ ਇਹਨਾਂ ਦਾ ਆਫਿਸ ਨੇ। ਸੋ ਸਵਾਗਤ ਕਰਨਾ ਜਤਿਨ ਜੀ ਦਾ। ਜਤਿਨ ਜੀ ਬਹੁਤ ਬਹੁਤ ਸਵਾਗਤ ਹੈ ਜੀ। ਮਨੀਸ਼ ਜੀ ਬਹੁਤ ਬਹੁਤ ਧੰਨਵਾਦ ਅੱਜ ਮੌਕਾ ਦੇਣ ਦਾ। ਜੀ ਸੋ ਜਤਿਨ ਜੀ, ਸਭ ਤੋਂ ਪਹਿਲਾਂ ਜਿੰਨਾ ਕਿ ਮੈਂ ਜਾਣਦਾ ICCRC ਮੈਂਬਰ ਬਾਰੇ ਮੈਂ ਤਾਂ ਦੱਸਦਾ। ਤੁਸੀਂ ਕੈਨੇਡਾ ਰਹਿੰਦੇ ਹੋ, ਉੱਥੇ ICCRC ਮੈਂਬਰ ਹੋ, ਔਰ ਮੇਰੇ ਖਿਆਲ 'ਚ ਪੰਜਾਬ ਦੇ ਵਿੱਚ ਬਹੁਤ ਘੱਟ ICCRC ਮੈਂਬਰ ਹੋਣਗੇ, ਔਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ICCRC ਮੈਂਬਰ ਕੌਣ ਆ। ਕੋਈ ਤਾਂ ਆਪਣਾ ਦੁਕਾਨ ਦੇ ਬਾਹਰ ICCRC ਮੈਂਬਰ ਦਾ ਬੋਰਡ ਲਗਾਉਂਦਾ ਹੈ ਤੇ ਪਤਾ ਲੱਗਦਾ ਬਾਅਦ 'ਚ ਕਿ ਉਹ ICCRC ਮੈਂਬਰ ਨਹੀਂ ਆ। ਉਹ ਕਹਿੰਦੇ ਸਾਡੇ ਪੈਨਲ ਤੇ ICCRC ਮੈਂਬਰ ਆ। ਹੁਣ ਪੈਨਲ ਤੇ ICCRC ਮੈਂਬਰ ਹੈਗੇ ਆ ਨਹੀਂ ਹੈਗੇ ਉਹ ਕਿਸੇ ਨੂੰ ਨਹੀਂ ਪਤਾ। ਤੁਸੀਂ ਖੁਦ ICCRC ਮੈਂਬਰ ਹੋ। ਪੰਜਾਬ ਦੇ ਵਿੱਚ ਕਿੰਨੇ ਕੁ ICCRC ਆ ਹੋਰ, ਔਰ ICCRC ਹੁੰਦਾ ਕੀ ਹੈ? ਸਰ ਵੈਸੇ ਤਾਂ ਤੁਸੀਂ ਜਿਹੜਾ ਸਵਾਲ ਚੱਕਿਆ ਹੈ, ਬਹੁਤ ਹੀ ਘੱਟ ਜਿਹੜੇ ਅਪਰੂਵਡ ਮੈਂਬਰ ਨੇ ICCRC ਦੇ, ਉਹ ਆਲ ਓਵਰ ਇੰਡੀਆ 'ਚ ਹੀ ਬਹੁਤ ਘੱਟ ਨੇ। ਠੀਕ ਹੈ, ਤਾਂ ਪੰਜਾਬ 'ਚ ਤਾਂ ਖੈਰ ਬਹੁਤ ਲਿਮਿਟਡ ਨੰਬਰ 'ਚ ਨੇ ਜਿਹੜੇ ਕਿ ਫੁੱਲ ਟਾਈਮ ਇੱਥੇ ਬੈਠੇ ਹੋਣ। ਸੋ ICCRC ਬੇਸਿਕਲੀ ਜਿਹੜੇ ਮੈਂਬਰ ਨੇ ਉਹ ਗਵਰਨਮੈਂਟ ਤੋਂ ਅਪਰੂਵਡ ਨੇ। ਇੱਕ ਬੋਡੀ ਬਕਾਇਦਾ ਗਵਰਨਮੈਂਟ ਨੇ ਕੈਨੇਡਾ 'ਚ ਬਣਾਈ ਹੋਈ ਹੈ, ਕਾਉਂਸਿਲ ਹੈ, ਤੇ ਉਹ ਰੈਗੂਲੇਟ ਕਰਦੀ ਹੈ ਜਿੰਨੇ ਵੀ ਮੈਂਬਰਸ ਨੇ। ਇੱਕ ਸਪੈਸ਼ਲ ਕੁਆਲੀਫਿਕੇਸ਼ਨ ਰੱਖੀ ਜਾਂਦੀ ਹੈ, ਇੱਕ ਅਚੀਵਮੈਂਟ ਕਰਨ ਤੋਂ ਬਾਅਦ ਹੀ ਇਹ ਲਾਇਸੈਂਸ, ਇੱਕ ਐਗਜ਼ਾਮ ਦੇਣ ਤੋਂ ਬਾਅਦ ਇਹ ਲਾਇਸੈਂਸ ਮਿਲਦਾ ਹੈ, ਜਿਹੜੇ ਕਿ ਲਾਅ ਦੀ ਪੜ੍ਹਾਈ ਦੇ ਤਹਿਤ ਪੂਰੀ ਸਟੱਡੀ ਕਰਨੀ ਪੈਂਦੀ ਹੈ, ਉਸ ਤੋਂ ਬਾਅਦ ਹੀ ਲਾਇਸੈਂਸ ਗ੍ਰਾਂਟ ਹੁੰਦਾ ਹੈ। ਸੋ ਜਿਹੜੇ ਵੀ ICCRC ਮੈਂਬਰ ਨੇ ਇਹ ਇਮੀਗ੍ਰੇਸ਼ਨ ਦੇ ਅੱਗੇ ਕਿਸੇ ਵੀ ਕਲਾਇੰਟ ਦੀ ਐਪਲੀਕੇਸ਼ਨ ਨੂੰ ਲਗਾਉਣ ਵਾਸਤੇ ਪੂਰੀ ਮਹਾਰਤ ਹਾਸਲ ਰੱਖਦੇ ਨੇ ਤੇ ਲੀਗਲੀ ਆਥੋਰਾਈਜ਼ਡ ਹੁੰਦੇ ਨੇ। ਸੋ ਇੱਕ ਆਮ ਕੰਸਲਟੈਂਟ ਆ, ਅਸੀਂ ਪੰਜਾਬ ਦੇ ਵਿੱਚ ਖਾਸ ਤੋਂ ਜਲੰਧਰ ਦੀ ਗੱਲ ਕਰ ਲਈਏ, ਜਲੰਧਰ ਦੇ ਬੱਸ ਅੱਡੇ ਤੇ ਚੱਲ ਜਾਓ ਤੇ ABC ਗਲੋਬਲ, BCE ਗਲੋਬਲ, EMP ਗਲੋਬਲ, ਕਈ ਗਲੋਬਲ ਦੇ ਬੋਰਡ ਲੱਗੇ ਹੋਏ ਨੇ। ਸੋ ਉਹ ਗਲੋਬਲ ਵਾਲੇ ਜਿਹੜੇ ਕੰਸਲਟੈਂਟ ਨੇ ਔਰ ਇੱਕ ICCRC ਮੈਂਬਰ ਨੇ, ਇਹਨਾਂ ਦੋਵਾਂ 'ਚ ਫਰਕ ਕੀ ਹੈ? ਸਰ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਜਿਵੇਂ ਕੋਈ ਮਰੀਜ਼ ਕਿਸੇ ਡਾਕਟਰ ਕੋਲ ਕੋਈ ਬੁਖਾਰ ਹੈ, ਕੋਈ ਬਿਮਾਰੀ ਹੈ, ਉਹ ਡਾਕਟਰ ਕੋਲੋਂ ਜਾਣ ਤੋਂ ਪਹਿਲਾਂ ਉਹਦੀ ਕੁਆਲੀਫਿਕੇਸ਼ਨ ਜ਼ਰੂਰ ਪੁੱਛਦਾ ਹੈ। ਸੇਮ ਇਜ਼ ਦਾ ਕੇਸ ਵਿਦ ਇਮੀਗ੍ਰੇਸ਼ਨ ਕੰਸਲਟੈਂਟ। ਕਿਆ ਅਸੀਂ ਉਸ ਕੰਸਲਟੈਂਟ ਦੀ, ਉਸ ਏਜੰਟ ਦੀ ਕੁਆਲੀਫਿਕੇਸ਼ਨ ਪੁੱਛੀ ਹੈ? ਉਹ ਕਿੰਨਾ ਪੜ੍ਹਿਆ ਹੋਇਆ ਹੈ, ਉਹ ਕਿੱਥੋਂ ਲਾਇਸੈਂਸਡ ਹੈ, ਕਿੱਥੋਂ ਮਹਾਰਤ ਹਾਸਿਲ ਕੀਤੀ ਹੋਈ ਹੈ? ਨਹੀਂ ਪੁੱਛਦੇ ਅਸੀਂ। ਸੋ ICCRC ਜਿਹੜਾ ਹੈ ਉਹ ਇੱਕ ਤਰੀਕੇ ਦੀ ਗਰੰਟੀ ਦਿੰਦਾ ਹੈ ਕਿ ਤੁਹਾਡਾ ਜਿਹੜਾ ਕੰਸਲਟੈਂਟ ਹੈ, ਜਿਹੜਾ ਏਜੰਟ ਹੈ, ਉਹ ਅਪਰੂਵਡ ਹੈ ਇਮੀਗ੍ਰੇਸ਼ਨ ਵੱਲੋਂ, ਇਹ ਤੁਹਾਡੇ ਕੇਸ ਨੂੰ ਸਹੀ ਤਰੀਕੇ ਨਾਲ ਇੱਕ ਲੀਗਲ ਦਾਇਰੇ ਦੇ ਥਰੂ ਤੁਹਾਡੇ ਕੇਸ ਨੂੰ ਹੈਂਡਲ ਕਰ ਸਕਦਾ ਹੈ। ਯਾਨੀ ਇਹ ਕਹਿ ਸਕਦਾ ਕਿ ICCRC ਮੈਂਬਰ ਇਹਨਾਂ ਨੇ ਕਾਨੂੰਨੀ ਪੜ੍ਹਾਈਆਂ ਪੜ੍ਹੀਆਂ ਕਿ ਕਿਵੇਂ ਤੁਸੀਂ ਬਾਹਰ ਕਿਸੇ ਨੂੰ ਭੇਜ ਸਕਦੇ ਹੋ ਜਾਂ ਕਿਵੇਂ ਬਾਹਰ ਕਿਸੇ ਨੂੰ ਮੰਗਵਾ ਸਕਦੇ ਹੋ। ਔਰ ਜਿਹੜੇ ਸਾਡੇ ਪੰਜਾਬ ਦੇ ਏਜੰਟ ਨੇ ਉਹ ਮੇਰੇ ਖਿਆਲ 'ਚ ਇਹਨਾਂ ਨੇ ਕੋਈ ਪੜ੍ਹਾਈਆਂ ਇਹੋ ਜਿਹੀਆਂ ਨਹੀਂ ਪੜ੍ਹੀਆਂ ਹੋਣਗੀਆਂ। ਡੈਫੀਨਿਟਲੀ। ਸੋ ਇੱਕ ICCRC ਮੈਂਬਰ ਕੌਣ ਹੁੰਦਾ ਹੈ? ਇੱਕ ICCRC ਮੈਂਬਰ ਦੀ ਪਾਵਰਸ ਕੀ ਹੁੰਦੀਆਂ ਨੇ? ਇੱਕ ICCRC ਮੈਂਬਰ ਤੁਹਾਡੇ ਕੇਸ ਨੂੰ ਕਿਵੇਂ ਰਿਪਰੈਜ਼ੈਂਟ ਕਰ ਸਕਦਾ ਹੈ ਇੱਕ ਹਾਈ ਕਮਿਸ਼ਨ ਦੇ ਵਿੱਚ? ਔਰ ICCRC ਮੈਂਬਰ ਦੀ ਜਿਹੜੀ ਫਾਈਲ ਕੀਤੀ ਹੁੰਦੀ ਹੈ ਉਹਦਾ ਵੀਜ਼ਾ ਸਕਸੈਸ ਰੇਟ, ਵੀਜ਼ਾ ਅਪਰੂਵ ਹੋਣ ਦੇ ਚਾਂਸਸ ਨਾਰਮਲ ਏਜੰਟਸ ਨਾਲੋਂ ਕਿੰਨੇ ਵੱਧ ਹੁੰਦੇ ਆ? ਇਸ ਬਾਰੇ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਗੂਗਲ ਤੇ ਸਰਚ ਕਰੋ। ਅੱਜ ਹਰ ਇੱਕ ਬੰਦੇ ਦੇ ਹੱਥ 'ਚ ਮੋਬਾਈਲ ਫੋਨ ਆ, ਐਂਡਰੋਇਡ ਆ, ਸਿਰਫ ਲਿਖੋ ICCRC ਮੈਂਬਰ ਕੈਨੇਡਾ। ਉਹ ਕੀ ਹੁੰਦੇ ਨੇ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਗੂਗਲ ਤੇ ਮਿਲ ਜੂਗੀ ਕਿ ICCRC ਮੈਂਬਰ ਕੋਲੋਂ ਅਪਲਾਈ ਕਰਨ ਦੇ ਕੀ ਫਾਇਦੇ ਨੇ। ਇਹ ਤੁਹਾਨੂੰ ਕੋਈ ਵੀ ਕਾਉਂਸਲਿੰਗ ਦਿੰਦੇ ਨੇ, ਹਰ ਇੱਕ ਕਾਉਂਸਲਿੰਗ ਦੀ ਨਜ਼ਰ
ਕੈਨੇਡਾ ਗਵਰਨਮੈਂਟ ਦੀ ਨਜ਼ਰ ਉਸ ਤੇ ਹੁੰਦੀ ਹੈ। ਤੁਹਾਨੂੰ ਚਾਹ ਕੇ ਵੀ ਕੋਈ ਗਲਤ ਇਨਫੋਰਮੇਸ਼ਨ, ਗਲਤ ਜਾਣਕਾਰੀ ਜਾਂ ਕਿਸੇ ਭੰਬਲ ਭੂਸੇ 'ਚ ਨਹੀਂ ਪਾ ਸਕਦੇ, ਕਿਉਂਕਿ ਹਰ ਇੱਕ ਇਨਫੋਰਮੇਸ਼ਨ ਸਰਕਾਰ ਦੇ ਕੋਲ ਹੁੰਦੀ ਹੈ ਇਹਨਾਂ ਦੀ। ਸੋ ICCRC ਮੈਂਬਰ ਤੇ ਆਮ ਮੈਂਬਰ ਦੇ ਵਿੱਚ ਕੀ ਫਰਕ ਆ ਉਹ ਤੁਸੀਂ ਸਮਝਾਤਾ। ਹੁਣ ਅੱਜ ਅਸੀਂ ਸ਼ੋਅ ਦੇ ਵਿੱਚ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ ਜਿਹੜੇ ਪੱਕੇ ਤੌਰ ਤੇ ਕੈਨੇਡਾ ਜਾ ਕੇ ਵਸਣਾ ਚਾਹੁੰਦੇ ਨੇ, ਆਪਣੇ ਪਰਿਵਾਰ ਸਮੇਤ, ਆਪਣੀ ਫੈਮਿਲੀ ਸਮੇਤ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ। ਤੁਹਾਨੂੰ ਏਜੰਟ ਕਹਿੰਦਾ ਜੀ ਤੁਹਾਨੂੰ ਭੇਜ ਦਾਂਗੇ, ਕੋਈ ਨਹੀਂ, ਵਿਜ਼ਟਰ ਵੀਜ਼ੇ ਤੇ ਭੇਜ ਦਾਂਗੇ, ਟੂਰਿਸਟ ਤੇ ਭੇਜ ਦਾਂਗੇ, ਉੱਥੇ ਜਾ ਕੇ ਵਰਕ ਪਰਮਿਟ ਲੈ ਲਿਓ, LMI ਲੈ ਲਿਓ। ਉਹਨੂੰ ਪੁੱਛੋ ਜੀ LMI ਕਿੰਨੇ ਦੀ ਮਿਲਦੀ ਹੈ, ਕਹਿੰਦਾ ਜੀ 40 ਲੱਖ ਲੱਗ ਜੂ, 50 ਲੱਖ ਲੱਗ ਜੂ। ਪਰ ਸਿੱਧੇ ਤੌਰ ਤੇ ਜੇਕਰ ਇੱਥੋਂ ਹੀ ਕੈਨੇਡਾ PR ਲੈ ਕੇ ਜਾਣੀ ਹੋਵੇ, ਉਹ ਕਿੰਨੀ ਕੁ ਔਖੀ ਆ ਜਾਂ ਬਹੁਤ ਜ਼ਿਆਦਾ ਸੌਖੀ ਹੈ? ਕਿ ਉਹਦੇ ਵਿੱਚ ਵੀ 20 25 25 30 ਲੱਖ ਰੁਪਏ ਲੱਗ ਜਾਂਦਾ ਹੈ, ਜਾਂ ਸਿਰਫ 10 50 ਹਜ਼ਾਰ ਲੱਖ ਰੁਪਏ ਦੀ ਗੇਮ ਆ? ਇਸ ਬਾਰੇ ਚਰਚਾ ਕਰਾਂਗੇ ਅੱਜ ਇੱਕ ICCRC ਮੈਂਬਰ ਨਾਲ, ਕਿਉਂਕਿ ਜਦੋਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਕਿਹਾ ਸੀ ਕਿ ICCRC ਮੈਂਬਰ ਝੂਠ ਨਹੀਂ ਬੋਲ ਸਕਦੇ, ਇਹ ਜੋ ਵੀ ਇਨਫੋਰਮੇਸ਼ਨ ਦਿੰਦੇ ਆ ਹਰ ਇੱਕ ਚੀਜ਼ ਸਰਕਾਰ ਦੀ ਨੌਲੇਜ ਹੁੰਦੀ ਹੈ। ਸੋ ਜਤਿਨ ਜੀ, ਕੀ ਮੰਨਦੇ ਹੋ ਜਿਹੜੇ ਪੱਕੇ ਤੌਰ ਤੇ ਲੋਕ ਇੱਥੋਂ ਬਾਹਰ ਜਾਣਾ ਚਾਹੁੰਦੇ ਨੇ? ਪਹਿਲਾ ਸਵਾਲ ਹੀ ਆਪਾਂ ਪੈਸਿਆਂ ਤੋਂ ਕਰਦੇ ਹਾਂ। ਜਿਹੜੇ ਲੋਕ ਇੱਥੋਂ ਬਾਹਰ ਜਾਣਾ ਚਾਹੁੰਦੇ ਨੇ, PR ਲੈ ਕੇ ਆਪਣੇ ਪਰਿਵਾਰ ਸਮੇਤ ਜਾਣਾ ਚਾਹੁੰਦੇ ਨੇ, ਪਰਮਨੈਂਟ ਰੈਜ਼ੀਡੈਂਸੀ ਤੇ ਜਾਣਾ ਚਾਹੁੰਦੇ ਨੇ, ਕੀ ਵਾਕਈ 20 25 25 30 ਲੱਖ ਰੁਪਏ ਲੱਗ ਜਾਂਦਾ ਜਿਵੇਂ ਲੋਕ ਮੰਗਦੇ ਨੇ ਇੱਥੇ? ਨਹੀਂ ਮਨੀਸ਼ ਜੀ, ਇਹ ਕਹਿਣਾ ਬਹੁਤ ਗਲਤ ਹੈ ਤੇ ਬਹੁਤ ਝੂਠੀ ਖਬਰ ਹੈ ਕਿ ਇੰਨੇ ਪੈਸੇ ਲੱਗਦੇ ਨੇ। ਜਿਹੜਾ ਲੀਗਲ ਤਰੀਕਾ ਹੈ, ਜਿਹੜਾ ਗਵਰਨਮੈਂਟ ਨੇ ਜਿਹੜਾ ਰਸਤਾ ਬਣਾਇਆ ਹੋਇਆ ਹੈ, ਉਹਦੇ ਥਰੂ ਜੇ ਕੋਈ ਅਪਲਾਈ ਕਰਦਾ ਹੈ ਸਕਿਲਡ ਵਰਕਰ, ਤੇ ਸਰਕਾਰੀ ਫੀਸ ਜਿਹੜੀ ਹੈਗੀ ਹੈ ਪਰਮਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਦੀ, ਉਹ ਫॉर ਅ ਸਿੰਗਲ ਐਪਲੀਕੈਂਟ ਇਟਸ ਓਨਲੀ $1350, ਯਾਨੀ ਕਿ ਮੋਟੀ ਗੱਲ ਜੇ ਕਰੀਏ 70,000 ਰੁਪਏ ਦੀ ਸਰਕਾਰੀ ਫੀਸ ਲੱਗਦੀ ਹੈ। ਠੀਕ ਹੈ, ਤੇ ਉਹ ਵੇ ਕਰਕੇ ਕੋਈ ਵੀ ਆਪਣੀ ਐਪਲੀਕੇਸ਼ਨ ਪਰਮਨੈਂਟ ਰੈਜ਼ੀਡੈਂਸੀ ਦੀ ਲਗਾ ਸਕਦਾ ਹੈ। ਯਾਨੀ 70,000 ਰੁਪਏ ਜੇ ਕੋਈ ਐਲੀਜੀਬਿਲਟੀ ਪੂਰੀ ਹੁੰਦੀ ਹੈ ਤੇ 70,000 ਰੁਪਏ ਦੀ ਸਰਕਾਰੀ ਫੀਸਾਂ ਜਿਹੜੀਆਂ ਇੰਨੇ ਦੇ ਵਿੱਚ ਬੰਦਾ PR ਲੈ ਸਕਦਾ। ਬਿਲਕੁਲ ਜੀ। ਪਰ ਇੱਥੇ 25 25 30 ਲੱਖ ਰੁਪਏ ਮੰਗ ਰਹੇ ਨੇ ਲੋਕ। ਸਰ ਉਹ ਜਿਹੜਾ ਸਾਰਾ ਹੈ ਸਟੰਟ, ਬਿਕੋਜ਼ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਸਾਰੇ ਅਨਆਥੋਰਾਈਜ਼ਡ ਏਜੰਟ ਨੇ, ਉਹ ਇੱਕ ਨੈਕਸਸ ਜਿੱਦਾਂ ਬਣਿਆ ਹੋਇਆ ਹੈ, ਜੌਬਸ ਦਾ ਅਰੇਂਜਮੈਂਟ ਕਰਦੇ ਨੇ ਜਾਂ ਜੋ ਵੀ ਕਰਦੇ ਨੇ, ਉਹ ਅਸੀਂ ਉਹਦੇ ਵਿੱਚ ਨਹੀਂ ਪੈ ਸਕਦੇ ਤੇ ਉਹ ਇਸ ਗੱਲ ਦਾ ਖਰਚਾ ਲੈਂਦੇ ਹੈਗੇ ਸ਼ਾਇਦ। ਸੋ ਤੁਸੀਂ ਪੜ੍ਹਾਈਆਂ ਪੜ੍ਹੀਆਂ ਇਸ ਚੀਜ਼ ਦੀਆਂ, ICCRC ਮੈਂਬਰ ਹੋ ਤੁਸੀਂ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਦੇ ਹੋ, ਸਾਰੀ ਜਾਣਕਾਰੀ ਜਿਹੜੀ ਔਨ ਰਿਕਾਰਡ ਤੁਹਾਡੀ ਹੁੰਦੀ ਹੈ। ਹੁਣ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ, ਬਹੁਤ ਸਾਰੇ ਲੋਕ ਸਾਨੂੰ ਦੇਖ ਰਹੇ ਨੇ, ਅੱਜ ਅਸੀਂ PR ਦੀ ਗੱਲ ਕਰ ਲਈਏ, ਪਰਮਨੈਂਟ ਰੈਜ਼ੀਡੈਂਸੀ ਦੀ ਗੱਲ ਕਰ ਲਈਏ। ਦੋ ਤਰ੍ਹਾਂ ਦੀਆਂ ਐਡਾਂ ਚੱਲ ਰਹੀਆਂ ਨੇ ਇੱਥੇ ਪੰਜਾਬ ਦੇ ਵਿੱਚ, ਜਿਹੜੇ ਤੁਸੀਂ ਕੰਸਲਟੈਂਟ ਦੀ ਗੱਲ ਕਰ ਰਹੇ ਹੋ। ਇੱਕ ਕਹਿ ਰਹੇ ਆ ਜਿਨ੍ਹਾਂ ਨੇ ਪੱਕੇ ਤੌਰ ਤੇ ਫੈਮਿਲੀ ਸਮੇਤ ਜਾਣਾ ਹੈ, ਉਹਨਾਂ ਨੂੰ 8777 ਬੈਂਡ ਚਾਹੀਦੇ ਆ। ਇੱਕ ਮੋਡਿਊਲ 'ਚੋਂ 8 ਬੈਂਡ, ਬਾਕੀ ਤਿੰਨਾਂ 'ਚੋਂ 7 ਬੈਂਡ ਚਾਹੀਦੇ ਆ ਤੇ ਅਸੀਂ ਤੁਹਾਡੀ PR ਕਰਵਾ ਦਾਂਗੇ। ਵਰਸਸ ਦੂਜੇ ਪਾਸੇ ਕੁਝ ਕੰਸਲਟੈਂਟ ਕਹਿ ਰਹੇ ਕਿ ਜੇਕਰ ਤੁਹਾਡੇ 4.5 ਬੈਂਡ ਆ, 5 ਬੈਂਡ ਆ, 5.5 ਬੈਂਡ ਆ, ਅਸੀਂ ਤਾਂ ਵੀ ਤੁਹਾਡੀ PR ਕਰਵਾ ਦਾਂਗੇ। ਸੋ ਫਰਕ ਕੀ ਹੈ? ਇੱਕ ਪਾਸੇ 8 ਬੈਂਡ ਮੰਗੇ ਜਾ ਰਹੇ ਨੇ, ਦੂਜੇ ਪਾਸੇ 5 ਬੈਂਡ ਮੰਗੇ ਜਾ ਰਹੇ ਨੇ। ਤੁਸੀਂ ਕੈਨੇਡਾ ਰਹਿੰਦੇ ਹੋ, ICCRC, ਉਹ ਝੂਠ ਬੋਲ ਨਹੀਂ ਸਕਦੇ, ਸੱਚ ਕੀ ਹੈ? ਦੇਖੋ ਮਨੀਸ਼ ਜੀ, ਜਿਹੜਾ ਕਿ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੀ ਤੁਸੀਂ ਗੱਲ ਕਰ ਰਹੇ ਹੋ, ਡੈਫੀਨਿਟਲੀ ਉਹਦਾ ਜਿਹੜਾ ਸਕੋਰਿੰਗ ਪੈਟਰਨ ਹੈ, ਬਿਕੋਜ਼ ਐਕਸਪ੍ਰੈਸ ਐਂਟਰੀ ਕੰਮ ਕਰਦੀ ਹੈ ਕੰਪਰੀਹੈਂਸਿਵ ਰੈਂਕਿੰਗ ਸਕੋਰ ਦੇ ਉੱਪਰ। ਸੋ ਹਰ ਡਰਾਅ ਦੇ ਵਿੱਚ ਉਹ ਇੱਕ ਕਟ ਆਫ ਸਕੋਰ ਅਨਾਉਂਸ ਕਰਦੇ ਆ ਤੇ ਐਜ਼ ਐਨ ਐਪਲੀਕੈਂਟ ਤੁਹਾਡਾ ਇੰਡੀਵਿਜੂਅਲ ਸਕੋਰ ਕਿੰਨਾ ਬਣਦਾ ਹੈ CRS ਦਾ, ਉਹ ਡਿਸਾਈਡ ਕਰਦਾ ਹੈ ਕਿ ਤੁਹਾਨੂੰ PR ਮਿਲਣੀ ਹੈ ਕਿ ਨਹੀਂ ਮਿਲਣੀ ਹੈ। ਤੇ ਜਿਹੜਾ 8777 ਤੁਸੀਂ ਜਿਹੜੀ ਗੱਲ ਕਰ ਰਹੇ ਹੋ ਲੈਂਗੁਏਜ ਟੈਸਟ ਦੀ, 8777 ਇੱਕ ਇਹੋ ਜਿਹਾ ਬੈਂਚਮਾਰਕ ਹੈ, ਜੇ ਤੁਸੀਂ ਉਹ ਲੈ ਆਉਂਦੇ ਹੋ ਤੇ ਤੁਹਾਨੂੰ ਕੁਝ ਐਡੀਸ਼ਨਲ ਪੁਆਇੰਟਸ ਅਪ ਟੂ 100 ਪੁਆਇੰਟਸ ਤੱਕ ਤੁਹਾਨੂੰ ਮਿਲ ਜਾਂਦੇ ਨੇ, ਜਿਹਦੇ ਨਾਲ ਤੁਹਾਡਾ ਇਹ ਜਿਹੜਾ ਰਸਤਾ ਹੈ ਬਹੁਤ ਸੁਖਾਲਾ ਤੈਅ ਹੋ ਜਾਂਦਾ ਹੈ। ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਜਿਨ੍ਹਾਂ ਦੇ 8777 ਨਹੀਂ ਆ ਸਕਦੇ, ਉਹ ਕੀ ਕਰਨ? ਤੇ ਉਹਨਾਂ ਵਾਸਤੇ ਦੂਜੀ ਤਰੀਕੇ ਦੇ ਪ੍ਰੋਗਰਾਮ ਹੈ ਜਿਨ੍ਹਾਂ ਨੂੰ ਅਸੀਂ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਕਹਿੰਦੇ ਆ। ਉਹਨਾਂ ਦੇ ਵਿੱਚ ਨੋ ਡਾਊਟ IELTS ਦੀ ਰਿਕੁਆਇਰਮੈਂਟ ਬਹੁਤ ਘੱਟ ਹੈ, 8777 ਤਾਂ ਆਬਵੀਅਸਲੀ ਨਹੀਂ ਹੈ, ਬਟ ਉਹਦੇ ਅੰਦਰ ਵੀ ਜਿਹੜੀ ਕੈਟੇਗਰੀਜ਼ ਆਫ PNP ਹੈ ਉਹ ਬਹੁਤ ਮਾਇਨੇ ਰੱਖਦੀਆਂ ਨੇ ਕਿ ਤੁਸੀਂ ਕਿਹੜੀ PNP 'ਚ ਅਪਲਾਈ ਕਰ ਰਹੇ ਹੋ ਤੇ ਉਹਦੇ ਵਿੱਚ ਤੁਹਾਡਾ ਕੰਸਲਟੈਂਟ ਕਿੰਨੀ ਕੀ ਮਹਾਰਤ ਹਾਸਿਲ ਰੱਖਦਾ ਹੈ। ਫੋਰ ਐਗਜ਼ਾਮਪਲ ਅਸੀਂ ਕੈਨੇਡਾ ਰਹਿੰਦੇ ਹਾਂ, ਸਾਨੂੰ ਪਤਾ ਹੈ ਡੇ ਔਨ ਡੇ ਬੇਸਿਸ ਤੇ ਕਿਹੜੇ ਪ੍ਰੋਵਿੰਸਿਸ ਨਵੇਂ ਓਪਨ ਹੋ ਰਹੇ ਨੇ, ਕਿਹੜੇ ਆਕਿਊਪੇਸ਼ਨਸ ਨੇ ਜਿਹੜੇ ਕਿ ਉੱਥੇ ਡਿਮਾਂਡ 'ਚ ਆ ਰਹੇ ਨੇ, ਤੇ ਅਸੀਂ ਉਹਦੇ ਅਕੋਰਡਿੰਗ ਹੀ ਆਪਣੇ ਜਿਹੜੇ ਕਲਾਇੰਟਸ ਨੇ ਉਹਨਾਂ ਦੀ ਐਪਲੀਕੇਸ਼ਨਸ ਨੂੰ ਅਸੀਂ ਪੂਲ ਦੇ ਵਿੱਚ ਐਂਟਰ ਤੇ ਐਗਜ਼ਿਟ ਕਰਾਉਂਦੇ ਰਹਿੰਦੇ ਹਾਂ, ਚੇਂਜ ਕਰ ਸਕਦੇ ਹਾਂ ਅਸੀਂ ਈਜ਼ੀਲੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡਾ ਏਜੰਟ ਦੀ ਮਹਾਰਤ, PNPs ਨਾਲ ਡੀਲ ਕਰਨ ਦਾ ਕਿੰਨਾ ਕੁ ਐਕਸਪੀਰੀਅੰਸ ਉਹਨੂੰ ਹੈ, ਉਹ ਤੁਹਾਡੀ ਐਪਲੀਕੇਸ਼ਨ ਨੂੰ ਸਕਸੈਸਫੁਲ ਬਣਾਉਣ 'ਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਜੀ। ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਅੱਜ ਸਾਡੇ ਨਾਲ ਦਾ ਇਮੀਗ੍ਰੇਸ਼ਨ ਲਾਂਚ ਤੋਂ ਵੀਜ਼ਾ ਮਾਹਰ ਮਿਸਟਰ ਜਤਿਨ ਸਾਨੀ ਜੀ ਹਾਜ਼ਰ ਨੇ ਔਰ ICCRC ਮੈਂਬਰ ਨੇ, ਕੈਨੇਡਾ ਸਰਕਾਰ, ਕੈਨੇਡਾ ਹਾਈ ਕਮਿਸ਼ਨ ਵੱਲੋਂ ਅਪਰੂਵਡ ਨੇ, ਲਾਇਸੈਂਸਡ ਕੰਸਲਟੈਂਟ ਨੇ, ICCRC ਹੈ ਔਰ ਇੱਕ ਕਾਨੂੰਨੀ ਦਾਇਰੇ 'ਚ ਰਹਿ ਕੇ ਕਾਨੂੰਨੀ ਦਾਅ ਪੇਚ ਤੁਹਾਨੂੰ ਦੱਸ ਸਕਦੇ ਨੇ। ਸੋ ਤੀਰ ਤੁੱਕੇ ਵਾਲੀ ਗੱਲ ਇੱਥੇ ਕੋਈ ਨਹੀਂ ਹੈ, ਇਹ ਜੋ ਵੀ ਇਨਫੋਰਮੇਸ਼ਨ ਦੇਣਗੇ ਕਾਗਜ਼ੀ ਕਾਰਵਾਈ, ਕਿਉਂਕਿ ਉਹ ਕਾਨੂੰਨ ਪੜ੍ਹੇ ਹੋਏ ਨੇ, ਉਹ ਕਾਨੂੰਨਾਂ ਦੇ ਅਨੁਸਾਰ ਤੁਹਾਨੂੰ ਇਨਫੋਰਮੇਸ਼ਨ ਦੇਣਗੇ।
कनेडा कोई भी वीज़ा अप्लाई करना चाहते हो, चाहे वो स्टूडेंट वीज़ा है, चाहे वो विजिटर वीज़ा है, टूरिस्ट वीज़ा है, डिपेंडेंट वीज़ा है, स्पाउस वीज़ा है, ओपन वर्क परमिट है, PR है, कोई भी वीज़ा अप्लाई करना चाहते हो ਤੁਸੀਂ ICCRC ਮੈਂਬਰ ਨੂੰ ਮਿਲ ਸਕਦੇ ਹੋ। ਜਲੰਧਰ ਇਹਨਾਂ ਦਾ ਆਫਿਸ ਆ। ICCRC ਮੈਂਬਰ ਨੂੰ ਮਿਲਣ ਲਈ ਕਾਲ ਕਰੋ 98725 13988 98725 ਇਸ ਨੰਬਰ ਤੇ ਕਾਲ ਕਰ ਸਕਦੇ ਹੋ ਔਰ ਅਪਾਇੰਟਮੈਂਟ ਲੈ ਕੇ ਇਹਨਾਂ ਨੂੰ ਮਿਲ ਸਕਦੇ ਹੋ। ਸੋ ਜਿੱਥੇ ਜੇ ਆਪਾਂ ਗੱਲ ਕਰਦੇ ਆ ਜਿਹੜੀ ਘੱਟ ਬੈਂਡ ਵਾਲੀ 4.5 5 ਬੈਂਡ 5.5 ਬੈਂਡ, ਇਹ ਕੀ ਇੰਨਾ ਬੈਂਡ ਸਕੋਰ ਤੇ PR ਪੋਸੀਬਲ ਹੈ? ਪਹਿਲਾ ਸਵਾਲ, ਕਿਉਂਕਿ ਅਸੀਂ ਐਕਸਪ੍ਰੈਸ ਐਂਟਰੀ ਤੇ PNP ਦੀ ਗੱਲ ਕਰਦੇ ਹਾਂ। ਕੋਈ ਕਹਿੰਦਾ ਐਕਸਪ੍ਰੈਸ ਐਂਟਰੀ 'ਚ ਫਾਈਲ ਲਾਈ ਹੈ, ਕੋਈ ਕਹਿੰਦਾ ਜੀ PNP 'ਚ ਫਾਈਲ ਲੱਗਦੀ ਹੈ। 4.5 5 5.5 ਬੈਂਡ ਤੇ ਫਾਈਲ ਲੱਗ ਸਕਦੀ ਹੈ, ਪਹਿਲਾ ਸਵਾਲ। ਦੂਸਰਾ ਸਵਾਲ, ਫਾਈਲ ਲਾਉਣਾ ਹੋਰ ਚੀਜ਼ ਆ, ਕੀ 5 5.5 ਬੈਂਡ ਤੇ PR ਹੋ ਜਾਊਗੀ? ਇਹ ਦੋ ਸਵਾਲ ਆ। ਮਨੀਸ਼ ਜੀ, ਇਸ ਤਰ੍ਹਾਂ ਹੈਗਾ ਜੀ, ਜਿਵੇਂ ਘੱਟ ਬੈਂਡ ਸਕੋਰਸ ਦੀ ਅਸੀਂ ਗੱਲ ਕਰ ਰਹੇ ਹਾਂ, ਦੇਖੋ ਕੋਈ ਵੀ PR ਐਪਲੀਕੇਸ਼ਨ ਦੇ ਦੋ ਪਾਰਟ ਹੁੰਦੇ ਨੇ। ਫਰਸਟ ਇਜ਼ ਐਕਸਪ੍ਰੈਸ਼ਨ ਆਫ ਇੰਟਰਸਟ and second part is invitation to apply. So 5 5.5 band ਤੇ ਅਸੀਂ definitely expression of interest ਕਿਸੇ ਵੀ ਜਿਹੜੀ PNP ਹੈ eligible depending upon occupation ਕਿਹੜਾ ਹੈ, ਅਸੀਂ expression of interest submit ਕਰ ਸਕਦੇ ਹਾਂ। ਹੁਣ ਉਸ ਕ੍ਰਾਈਟੇਰੀਆ ਨੂੰ ਮੀਟ ਜੇ ਅਸੀਂ ਕਰ ਪਾਉਂਦੇ ਹਾਂ ਪ੍ਰੋਪਰਲੀ, ਪ੍ਰੋਵਿੰਸ ਦੇ ਜਿਹੜੇ ਪ੍ਰੋਵਿੰਸ 'ਚ ਅਸੀਂ ਫਾਈਲ ਲਗਾਈ ਹੈ, ਤਾਂ ਸਾਨੂੰ ਇਨਵੀਟੇਸ਼ਨ ਟੂ ਅਪਲਾਈ ਆਉਂਦਾ ਹੈ ਉੱਥੋਂ, ਤੇ ਉਸ ਤੋਂ ਬਾਅਦ ਸਾਡੀ ਫਾਰਮਲ ਐਪਲੀਕੇਸ਼ਨ ਲੱਗ ਜਾਂਦੀ ਹੈ ਤੇ PR ਗ੍ਰਾਂਟ ਹੋ ਜਾਂਦੀ ਹੈ। ਹੁਣ ਇਹਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਇਹ ਰਹਿੰਦਾ ਹੈ ਕਿ ਤੁਹਾਡਾ ਜਿਹੜਾ ਆਕਿਊਪੇਸ਼ਨ ਹੈ ਉਹਨੂੰ ਫਾਈਂਡ ਆਊਟ ਕਰਨਾ ਕਿ ਕਿਹੜੇ ਪ੍ਰੋਵਿੰਸ 'ਚ ਉਸ ਆਕਿਊਪੇਸ਼ਨ ਦੀ ਰਿਕੁਆਇਰਮੈਂਟ ਹੈ, ਜਿਹੜਾ ਕਿ ਬਹੁਤ ਮੁਸ਼ਕਲ ਕੰਮ ਹੈ। ਹਰ ਕਿਸੇ ਨੂੰ ਇਹ ਕੰਮ ਦੇ ਵਿੱਚ ਮਹਾਰਤ ਹੋਣੀ ਚਾਹੀਦੀ ਹੈ ਕਿ ਉਹ ਪ੍ਰੋਪਰਲੀ ਫਾਈਂਡ ਆਊਟ ਕਰ ਸਕਣ ਕਿ ਕਿਹੜੇ ਆਕਿਊਪੇਸ਼ਨ ਨੂੰ ਕਿਹੜੇ ਪ੍ਰੋਵਿੰਸ 'ਚ ਆਪਾਂ ਪਾਈਏ ਤਾਂ ਕਿ ਉੱਥੇ ਐਪਲੀਕੇਸ਼ਨ ਸਕਸੈਸਫੁਲ ਹੋ ਸਕੇ ਜੀ। ਸੋ ਇਨਵੀਟੇਸ਼ਨ ਟੂ ਅਪਲਾਈ ਜਦੋਂ ਤੁਸੀਂ ਕਹਿੰਦੇ ਉਸ ਤੋਂ ਬਾਅਦ ਫਾਈਲ ਪੁੱਟ ਅਪ ਹੋ ਜਾਂਦੀ, ਕਿ ਉਸ ਤੋਂ ਬਾਅਦ ਵੀਜ਼ਾ ਰਿਜੈਕਸ਼ਨ ਦੇ ਚਾਂਸਸ ਹੁੰਦੇ ਕੋਈ? देखिए, मेजरली केसेस से जे ਅਸੀਂ ਸਾਰੇ ਡਾਕੂਮੈਂਟਸ ਬੜੇ ਚੰਗੇ ਤਰੀਕੇ ਨਾਲ ਆਰਗੇਨਾਈਜ਼ ਕੀਤੇ ਹੈ, ਖਾਸ ਕਰਕੇ ਏਮਪਲੋਇਮੈਂਟ ਦੇ ਡਾਕੂਮੈਂਟਸ, ਫਾਈਨੈਂਸ਼ੀਅਲ ਡਾਕੂਮੈਂਟਸ, ਤੇ ਉਸ ਤੋਂ ਬਾਅਦ ਫਾਈਲ ਰਿਫਿਊਜ਼ਲ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ। ਸਿਰਫ ਔਰ ਸਿਰਫ ਜੇ ਤੁਹਾਡੀ ਐਡਮਿਸਿਬਿਲਿਟੀ ਫੈਕਟਰਸ, ਜਿਹਨੂੰ ਅਸੀਂ ਮੈਡੀਕਲ ਰੀਜ਼ਨਸ ਜਾਂ ਕ੍ਰਿਮੀਨੈਲਿਟੀ ਬੈਕਗ੍ਰਾਉਂਡ PCC ਜੇ ਕੋਈ ਦਿੱਕਤ ਹੋਏ ਲੇਟਰ ਔਨ ਸਟੇजेस से, ਸਿਰਫ ਤਾਂ ਹੀ ਕੋਈ ਐਪਲੀਕੇਸ਼ਨ ਰਿਫਿਊਜ਼ਲ ਦਾ ਚਾਂਸ ਹੋ ਸਕਦਾ ਹੈ, ਅਦਰਵਾਈਜ਼ ਐਪਲੀਕੇਸ਼ਨ ਦਾ ਰਿਫਿਊਜ਼ਲ ਚਾਂਸਸ ਬਿਲਕੁਲ ਨਾ। ਜੀ ਇੱਕ ਚੀਜ਼ ਹੋਰ ਦੱਸੋ ਮੈਨੂੰ ਇੱਥੇ, ਜਦੋਂ ਅਸੀਂ ਇਸ਼ਤਿਹਾਰ ਰੋਜ਼ ਦੇਖਦੇ ਹਾਂ ਅਖਬਾਰਾਂ ਦੇ ਵਿੱਚ, TV ਤੇ, ਸੋਸ਼ਲ ਮੀਡੀਆ ਤੇ, 5 ਬੈਂਡ ਤੇ ਕੈਨੇਡਾ ਦੀ PR ਅਪਲਾਈ ਕਰੋ, ਹੁਣ ਤੱਕ ਦਾ 100% ਰਿਜ਼ਲਟ ਆ ਸਾਡਾ, ਸਮਥਿੰਗ ਇਦਾਂ ਦੀ ਐਡਾਂ ਆਉਂਦੀਆਂ ਨੇ। ਹੁਣ ਉਹ 5 ਬੈਂਡ ਦੀ PR ਸੁਣ ਕੇ ਮੈਂ ਵੀ ਅਪਲਾਈ ਕਰ ਲੈਣਾ 5 ਬੈਂਡ ਤੇ, ਮੈਂ ਵੀ 5 ਬੈਂਡ ਲੈ ਲੂੰਗਾ, ਕੈਮਰਾਮੈਨ ਆ ਇਹ ਵੀ 5 ਬੈਂਡ ਲੈ ਲੂਗਾ। ਸੋ 5 ਬੈਂਡ ਦੀ ਐਡ ਵੇਖ ਕੇ ਹਰ ਕੋਈ ਪਿੰਡੋਂ ਸ਼ਹਿਰੋਂ ਉੱਠ ਕੇ ਆਪਣੇ ਕਾਗਜ਼ ਦੇ ਨਾਲ 10-20-50 ਹਜ਼ਾਰ ਰੁਪਇਆ ਏਜੰਟ ਨੂੰ ਦੇ ਜਾਂਦਾ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ PNP ਦੇ ਵਿੱਚ 5 ਬੈਂਡ ਨਾਲ ਜਿਹੜੀ ਉਹ PR ਹੋ ਜਾਂਦੀ, ਪਰ ਕੀ 5 ਬੈਂਡ ਕਿਸੇ ਪਾਰਟੀਕੂਲਰ ਪ੍ਰੋਫੈਸ਼ਨ ਦੇ ਲਈ ਹੈ? ਕਿ ਇਸ ਪ੍ਰੋਫੈਸ਼ਨ ਦਾ ਕੋਈ ਬੰਦਾ ਹੈ, ਉਹਦੇ ਕੋਲ ਐਕਸਪੀਰੀਅੰਸ ਹੈ ਤਾਂ 5 ਬੈਂਡ ਨਾਲ PR ਲੱਗ ਜੂਗੀ, ਜਾਂ ਉਹਨਾਂ PNP ਦੇ ਵਿੱਚ, ਉਹਨਾਂ ਪ੍ਰੋਵਿੰਸਸ ਦੇ ਵਿੱਚ ਹਰ ਇੱਕ ਬੰਦੇ ਦੀ 5 ਬੈਂਡ ਨਾਲ PR ਲੱਗ ਜਾਂਦੀ ਹੈ? ਮਨੀਸ਼ ਜੀ, ਇਸ ਤਰ੍ਹਾਂ ਹੈ ਕਿ ਜਿਵੇਂ ਤੁਸੀਂ ਸਵਾਲ ਚੱਕਿਆ ਹੈ 5 ਬੈਂਡ ਵਾਲਾ, ਸੋ ਡੈਫੀਨਿਟਲੀ ਇੱਕ ਆਕਿਊਪੇਸ਼ਨ ਲਿਸਟ ਹੁੰਦੀ ਹੈ। ਹਰ ਪ੍ਰੋਵਿੰਸ ਦੀ ਨੇ ਆਪਣਾ ਜਿਹੜੇ ਕਿ ਆਕਿਊਪੇਸ਼ਨਸ ਬਹੁਤ ਡਿਮਾਂਡ 'ਚ ਨੇ, ਉੱਥੇ ਉਹਨਾਂ ਪ੍ਰੋਵਿੰਸਿਸ ਦੀ ਇੱਕ ਲਿਸਟ ਬਣਾਈ ਹੁੰਦੀ ਹੈ। ਜੇ ਉਸ ਆਕਿਊਪੇਸ਼ਨ ਦੇ ਬੰਦੇ, ਫੋਰ ਐਗਜ਼ਾਮਪਲ ਨਰਸਿਸ ਹੋ ਗਈਆਂ, ਕੁਕਸ ਹੋ ਗਏ, ਵੈਲਡਰਸ ਹੋ ਗਏ, ਜਾਂ ਕਿਸੇ ਵੀ ਤਰੀਕੇ ਦੇ ਮੈਨੇਜਰਸ ਹੈਗੇ ਆ, ਇੰਸ਼ੋਰੈਂਸ ਮੈਨੇਜਰ, ਐਡਵਰਟਾਈਜ਼ਿੰਗ ਐਂਡ ਮਾਰਕੀਟਿੰਗ ਮੈਨੇਜਰਸ ਹੋ ਗਏ, ਕੋਈ ਬੈਂਕ 'ਚ ਕੰਮ ਕਰਨ ਵਾਲੇ ਮੈਨੇਜਰ ਨੇ, ਤੇ ਇਹ ਮੋਟੇ-ਮੋਟੇ ਇਹ ਜਿਹੜੇ ਪ੍ਰੋਫਾਈਲਸ ਨੇ ਜਿਹੜੇ ਕਿ ਅੱਜ ਕੱਲ੍ਹ ਡਿਮਾਂਡ 'ਚ ਨੇ ਇਨ ਡਿਫਰੈਂਟ ਪ੍ਰੋਵਿੰਸਿਸ। ਉਸ ਤੋਂ ਬਾਅਦ ਉਹਨਾਂ ਦੀ ਕੁਆਲੀਫਿਕੇਸ਼ਨ, ਉਹਨਾਂ ਦੀ ਏਜ ਕੀ ਹੈਗੀ ਹੈ, ਉਹ ਸਾਰੇ ਫੈਕਟਰਸ ਡੈਫੀਨਿਟਲੀ ਇੱਕ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਕਿ ਉਹਨਾਂ ਦੀ PNP ਸਬਮਿਟ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਸੋ ਇੱਕ ਨਰਸਿਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਨਰਸਿਸ ਪ੍ਰੋਫੈਸ਼ਨ ਵਾਲੇ PNP ਦੇ ਵਿੱਚ ਅਪਲਾਈ ਕਰ ਸਕਦੇ। ਸੋ ਆਪਾਂ ਨਰਸਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਬਹੁਤ ਸਾਰੀ ਨਰਸਿਸ ਨੇ, ਲੜਕੀਆਂ ਜਿਨ੍ਹਾਂ ਨੇ ANM ਕੀਤੀ ਹੈ, GNM ਕੀਤੀ ਹੈ, ਜਾਂ BSc ਨਰਸਿੰਗ ਕੀਤੀ ਹੋਈ ਹੈ, ਕੀ ਇਹ 5 5.5 ਬੈਂਡ ਤੇ ਅਪਲਾਈ ਕਰ ਸਕਦੇ ਆ? ਡੈਫੀਨਿਟਲੀ ਜੀ, ਜੇ ਕੋਈ ਨਰਸ ਹੈ ਜਿਨ੍ਹਾਂ ਕੋਲ 4 ਤੋਂ 5 ਸਾਲ ਦਾ ਐਕਸਪੀਰੀਅੰਸ ਹੈ, ਉਹਨਾਂ ਨੇ ਬੈਚਲਰ ਡਿਗਰੀ ਜਾਂ ਉਸ ਤੋਂ ਉੱਪਰ ਮਾਸਟਰ ਡਿਗਰੀ ਕਿਸੇ ਤਰੀਕੇ ਦੀ ਕੀਤੀ ਹੋਈ ਹੈ, ਤੇ ਉਹਨਾਂ ਦੇ ਘੱਟ ਤੋਂ ਘੱਟ 5 ਬੈਂਡ ਨੇ, ਡੈਫੀਨਿਟਲੀ ਕੁਝ ਪ੍ਰੋਗਰਾਮਸ ਇਹੋ ਜਿਹੇ ਨੇ ਜਿਨ੍ਹਾਂ ਕਿ ਅੰਦਰ ਉਹ ਆਪਣੀ ਐਪਲੀਕੇਸ਼ਨ ਲਗਾ ਸਕਦੇ ਨੇ, ਤੇ ਦੇਰ ਆਰ ਹਾਈ ਚਾਂਸਸ ਕਿ ਉਹਨਾਂ ਨੂੰ ਇਨਵੀਟੇਸ਼ਨ ਮਿਲ ਜਾਏ ਉੱਥੋਂ, ਤੇ ਉਹਨਾਂ ਦੀ ਐਪਲੀਕੇਸ਼ਨ ਸਕਸੈਸਫੁਲ ਹੋ ਜਾਏਗੀ। ਯਾਨੀ ਜਿਨ੍ਹਾਂ ਨੇ BSc ਨਰਸਿੰਗ ਕੀਤੀ ਹੈ ਉਹ 5 ਬੈਂਡ ਦੇ ਨਾਲ ਵੀ ਜਿਹੜੇ ਉਹ ਕੈਨੇਡਾ ਦੀ PR ਅਪਲਾਈ ਕਰ ਸਕਦੇ ਆ? ਡੈਫੀਨਿਟਲੀ ਜੀ। ਇਸ ਤੋਂ ਇਲਾਵਾ ਤੁਸੀਂ ਗੱਲ ਕੀਤੀ ਸੀ ਜਿਹੜੇ ਬੈਂਕਿੰਗ ਸੈਕਟਰ ਦੇ ਵਿੱਚ ਆ ਜਾਂ ਇੰਸ਼ੋਰੈਂਸ ਸੈਕਟਰ ਦੇ ਵਿੱਚ ਆ, ਸੋ ਇਹਨਾਂ ਨੂੰ ਵੀ 5 ਬੈਂਡ ਚਾਹੀਦੇ ਜਾਂ ਇਹਨਾਂ ਦੀ ਥੋੜੀ ਰਿਕੁਆਇਰਮੈਂਟ ਹਾਈ ਹੋਊਗੀ? ਸਰ, ਸਸਕੈਚੁਅਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ, ਬਿਕੋਜ਼ ਮੈਂ ਉੱਥੋਂ ਲਾਇਸੈਂਸ ਹਾਂ ਸਸਕੈਚੁਅਨ ਇਮੀਗ੍ਰੇਸ਼ਨ ਵੱਲੋਂ, ਤੇ ਸਸਕੈਚੁਅਨ ਨੇ ਇੱਕ ਬਹੁਤ ਹੀ ਆਪਣੀ ਜਿਹੜੀ ਆਕਿਊਪੇਸ਼ਨ ਲਿਸਟ ਹੈ ਬਹੁਤ ਵੱਡੀ ਕੀਤੀ ਹੋਈ ਹੈ।
2020 ਚ ਉਹਨਾਂ ਨੇ ਅਨਾਉਂਸ ਕੀਤੇ ਸੀਗੇ ਆਕੂਪੇਸ਼ਨਸ, ਤੇ ਉਹਨਾਂ ਨੇ ਰਫਲੀ ਅਰਾਊਂਡ 60 ਆਕੂਪੇਸ਼ਨਸ ਇਹੋ ਜਿਹੇ ਨੇ, ਈਵਨ ਮੋਰ ਦੈਨ 60 ਆਕੂਪੇਸ਼ਨਸ ਨੇ ਜਿਹੜੇ ਕਿ ਉੱਥੇ ਆਪਣੀ ਫਾਈਲ ਲਗਾ ਸਕਦੇ ਨੇ। ਤੇ ਉਹਦੇ ਵਾਸਤੇ ਜਿਹੜੀਆਂ ਰਿਕੁਆਇਰਮੈਂਟਸ ਨੇ, ਜੇ ਕਿਸੇ ਵੀ ਐਪਲੀਕੈਂਟ ਕੋ ਇਹਨਾਂ ਕੈਟਾਗਰੀਜ਼ ਦੇ ਵਿੱਚੋਂ 10 ਸਾਲ ਦਾ ਐਕਸਪੀਰੀਅੰਸ ਹੈ, ਉਹਨਾਂ ਦੀ ਏਜ 35 ਤੋਂ ਲੈ ਕੇ 45 ਦੇ ਵਿੱਚ ਫਾਲ ਕਰਦੀ ਹੈ, ਤੇ ਉਹਨਾਂ ਦੇ ਆਇਲਸ ਦੇ ਬੈਂਡ ਲਿਸਨਿੰਗ 'ਚ 7.5 ਤੇ ਬਾਕੀ ਰੀਡਿੰਗ ਸਪੀਕਿੰਗ ਤੇ ਰਾਈਟਿੰਗ ਦੇ ਵਿੱਚ 6.5 ਨੇ, ਤੇ ਉਹ ਡੈਫੀਨਿਟਲੀ ਸਸਕੈਚੁਅਨ ਇੱਕ ਬੈਸਟ ਆਪਸ਼ਨ ਹੈ ਉਹਨਾਂ ਵਾਸਤੇ, ਇਹੋ ਜਿਹੇ ਪ੍ਰੋਫੈਸ਼ਨਲ ਵਾਸਤੇ। ਬੈਂਕਿੰਗ, ਇੰਸ਼ੋਰੈਂਸ, ਅਕਾਊਂਟੈਂਟਸ ਹੋ ਗਏ, ਇਹ ਡੈਫੀਨਿਟਲੀ ਸਸਕੈਚੁਅਨ 'ਚ ਆਪਣੀ ਐਪਲੀਕੇਸ਼ਨ ਲਗਾ ਸਕਦੇ ਨੇ ਤੇ ਪੋਜ਼ਿਟਿਵ ਰਿਜ਼ਲਟ ਮਿਲ ਜਾਣਗੇ ਜੀ। ਔਰ ਇਸ ਤੋਂ ਇਲਾਵਾ ਆਪਾਂ ਕੁੱਕ ਦੀ ਗੱਲ ਕਰ ਲਈਏ, ਕੋਈ ਹੋਟਲਸ ਦੇ ਵਿੱਚ ਸ਼ੈਫ ਨੇ, ਕੁੱਕ ਨੇ, ਜਾਂ ਕਾਰਪੈਂਟਰ ਨੇ, ਵੈਲਡਰ ਨੇ, ਜਾਂ ਪੰਜਾਬ ਦੇ ਵਿੱਚ ਜਿਵੇਂ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸਿੱਧੀਆਂ ਪੜ੍ਹਾਈਆਂ ਲੋਕਾਂ ਨੇ ਪੜ੍ਹੀਆਂ, BA ਕਰ ਲਈ, BA ਤੋਂ ਬਾਅਦ MA ਕਰ ਲਈ, MA ਤੋਂ ਬਾਅਦ B.Ed ਕਰ ਲਈ, ਸੋ ਉਸ ਤੋਂ ਬਾਅਦ ਚੇਤਾ ਹੈ ਕਿ ਅਸੀਂ ਬਾਹਰ ਜਾਣਾ ਹੈ, ਬਾਹਰ ਜਾਣ ਲਈ ਪ੍ਰੋਫਾਈਲ ਨਹੀਂ ਬਣਦਾ, ਚਲੋ ਉਹ ਕਹਿੰਦਾ ਜੀ ਹੁਣ ਤੂੰ B.Ed ਕਰ ਲਈ ਹੈ, ਕੋਈ ਗੱਲ ਨਹੀਂ ਤੁਸੀਂ ਟੀਚਰ ਲੱਗ ਜਾਓ। ਸੋ ਟੀਚਰ ਬਹੁਤ ਨੇ ਪੰਜਾਬ ਦੇ ਵਿੱਚ, ਕਿ ਟੀਚਰਾਂ ਲਈ ਵੀ ਕੋਈ PR ਹੁੰਦੀ ਹੈ? ਡੈਫੀਨਿਟਲੀ ਮਨੀਸ਼ ਜੀ, ਟੀਚਰਸ ਵੀ ਇਸ PNP ਸਟਰੀਮ ਦੇ ਅੰਦਰ ਕੁਝ ਖਾਸ PNPs ਨੇ ਜਿਹੜੀਆਂ ਕਿ ਟੀਚਰਸ ਨੂੰ ਇਨਵਾਈਟ ਕਰਦੀਆਂ ਨੇ, ਬਿਕਾਜ਼ ਅਦਰਵਾਈਜ਼ ਟੀਚਿੰਗ ਇਜ਼ ਅ ਰੈਗੂਲੇਟਡ ਆਕੂਪੇਸ਼ਨ ਇਨ ਕੈਨੇਡਾ, ਬਟ ਫਿਊ ਪ੍ਰੋਵਿੰਸਸ ਜਿਹੜੇ ਹੈਗੇ ਆ, ਕੁਝ ਪ੍ਰੋਵਿੰਸਸ ਆ ਟੀਚਰਸ ਨੂੰ ਸਪੈਸ਼ਲ ਰਿਕੋਗਨੀਸ਼ਨ ਦਿੰਦੇ ਨੇ ਤੇ ਟੀਚਰਸ ਆਪਣੀ ਫਾਈਲ ਲਗਾ ਸਕਦੇ ਨੇ। ਉਸ ਤੋਂ ਇਲਾਵਾ ਕੁੱਕਸ ਦੀ ਜੇ ਅਸੀਂ ਗੱਲ ਕਰੀਏ, ਵੈਲਡਰਸ ਦੀ ਗੱਲ ਕਰੀਏ, ਜੇ ਕੋਈ ਕੁੱਕ ਜਿਹਨੇ ਮਿਨੀਮਮ 12ਵੀਂ ਕੀਤੀ ਹੋਈ ਹੈ ਤੇ 12ਵੀਂ ਤੋਂ ਬਾਅਦ ਉਹਨੇ ਡਿਪਲੋਮਾ ਕੀਤਾ ਹੋਇਆ ਹੈ 1 ਜਾਂ 2 ਸਾਲ ਦਾ, ਤੇ ਘੱਟ ਤੋਂ ਘੱਟ 5 ਬੈਂਡ ਈਚ ਆਇਲਸ 'ਚ ਨੇ, ਤੇ ਘੱਟੋ ਘੱਟ 4 ਜਾਂ 5 ਸਾਲ ਦਾ ਐਕਸਪੀਰੀਅੰਸ ਰੱਖਦੇ ਨੇ, ਪ੍ਰੋਪਰ ਨੌਲੇਜ ਰੱਖਦੇ ਨੇ ਆਪਣੇ ਟ੍ਰੇਡ ਦੀ, ਤੇ ਡੈਫੀਨਿਟਲੀ ਅਸੀਂ ਉਹਨਾਂ ਨੂੰ ਵੀ ਹੈਲਪ ਕਰ ਸਕਦੇ ਹਾਂ। ਇੱਕ ਸਪੈਸ਼ਲ ਪ੍ਰੋਗਰਾਮ ਹੈ ਕਮਿਊਨਿਟੀ ਡਿਵੈਲਪਮੈਂਟ ਸਟਰੀਮ ਦਾ, ਤੇ ਉਹਦੇ 'ਚ ਉਹਨਾਂ ਦੀ ਫਾਈਲ ਲੱਗ ਸਕਦੀ ਹੈ ਤੇ PR ਮਿਲ ਸਕਦੀ ਹੈ ਜੀ। ਦਾ ਇਮੀਗ੍ਰੇਸ਼ਨ ਲਾਂਚ ਤੋਂ ਮਿਸਟਰ ਜਤਿਨ ਸਾਨੀ ICCRC ਮੈਂਬਰ ਨੇ ਕੈਨੇਡਾ ਤੋਂ, ਉਹ ਅੱਜ ਸਾਡੇ ਨਾਲ ਗੱਲ ਕਰ ਰਹੇ ਨੇ। ਬਹੁਤ ਮੁਸ਼ਕਲਾਂ ਤੋਂ ਬਾਅਦ ਇਸ ਸਟੂਡੀਓ ਵਿੱਚ ਅੱਜ ਉਹਨਾਂ ਨੂੰ ਇਨਵਾਈਟ ਕੀਤਾ, ਕਿਉਂਕਿ ਮਸ਼ਰੂਫ ਨੇ, ਪੰਜਾਬ ਜਿਤਾਉਂਦੇ ਨੇ, ਤੇ ਹਜ਼ਾਰਾਂ ਐਪਲੀਕੇਸ਼ਨਾਂ ਜਿਹੜੀਆਂ ਨੇ ਉਹਨਾਂ ਦੇ ਸਾਹਮਣੇ ਪਈਆਂ ਹੁੰਦੀਆਂ ਨੇ। ਬਹੁਤ ਸਾਰੇ ਲੋਕ ਦੂਰੋਂ ਦੂਰੋਂ ਮਿਲਣ ਆਉਂਦੇ ਨੇ, ਕਿਉਂਕਿ ਮੰਨਿਆ ਜਾਂਦਾ ਕਿ ICCRC ਮੈਂਬਰ ਤੁਹਾਨੂੰ ਸਾਫ਼ ਸੁਥਰੀ ਜਾਣਕਾਰੀ ਦਿੰਦੇ ਨੇ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਾਣਕਾਰੀ ਦਿੰਦੇ ਨੇ, ਔਰ ਉਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਕੋਈ ਚੈਲੰਜ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਸਰਕਾਰ ਦੇ ਨਜ਼ਰ ਹੇਠ ਕੰਮ ਕਰਦੇ ਨੇ। ਸੋ ਬਹੁਤ ਮੁਸ਼ਕਿਲ ਨਾਲ ਅੱਜ ਉਹਨਾਂ ਨੂੰ ਇੱਥੇ ਇਨਵਾਈਟ ਕੀਤਾ ਸੀ। ਕੋਸ਼ਿਸ਼ ਕਰੋ ਜੇ ਫਾਇਦਾ ਲੈ ਸਕਦੇ ਹੋ। ਤੇ ਤੁਹਾਡੀ ਕਿਸ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਬੈਨ ਹੋ ਗਈ ਹੈ ਕੈਨੇਡਾ ਤੋਂ, ਐਪਲੀਕੇਸ਼ਨ ਰਿਜੈਕਟ ਹੋ ਗਈ ਹੈ, ਤੁਹਾਡੀ ਫੈਮਿਲੀ ਉੱਥੇ ਹੈ, ਤੁਸੀਂ ਫੈਮਿਲੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਸੁਪਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਟੂਰਿਸਟ ਵੀਜ਼ਾ ਕਰਨਾ ਚਾਹੁੰਦੇ ਹੋ, ਵਿਜ਼ਟਰ ਵੀਜ਼ਾ ਕਰਨਾ ਚਾਹੁੰਦੇ ਹੋ, ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਆਲਰੇਡੀ 2 4 5 ਵਾਰ ਰਿਫਿਊਜ਼ ਹੋ, ਪੱਕੇ ਤੌਰ ਤੇ ਪ੍ਰਵਾਸ ਸਮੇਤ ਕੈਨੇਡਾ ਜਾਣਾ ਚਾਹੁੰਦੇ ਹੋ, PR ਹਾਸਲ ਕਰਨਾ ਚਾਹੁੰਦੇ ਹੋ, ਤੁਸੀਂ ਕਾਰਪੈਂਟਰ ਹੋ, ਤੁਸੀਂ ਵੈਲਡਰ ਹੋ, ਤੁਸੀਂ ਇੰਜੀਨੀਅਰ ਹੋ, ਤੁਸੀਂ ਕੰਪਿਊਟਰ ਆਪਰੇਟਰ ਹੋ, ਤੁਸੀਂ ਕੰਪਿਊਟਰ ਇੰਜੀਨੀਅਰ ਹੋ, ਟੀਚਰ ਹੋ, ਤੁਸੀਂ ਨਰਸ ਹੋ, ਬੈਂਕਿੰਗ ਸੈਕਟਰ 'ਚ ਕੰਮ ਕਰਦੇ ਹੋ, ਇੰਸ਼ੋਰੈਂਸ ਸੈਕਟਰ 'ਚ ਕੰਮ ਕਰਦੇ ਹੋ, ਕੋਈ ਵੀ ਕੰਮ ਕਰਦੇ ਹੋ, ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਕਿ ਕੀ ਸਰ ਮੈਂ ਘੱਟ ਬੈਂਡ ਦੇ ਨਾਲ, ਘੱਟ ਬੈਂਡ ਤੋਂ ਮਤਲਬ 5 5.5 ਬੈਂਡ ਦੇ ਨਾਲ ਕੀ ਮੈਂ PR ਹਾਸਲ ਕਰ ਸਕਦਾ। ਪੰਜਾਬ 'ਚ ਬਹੁਤ ਸਾਰੇ ਬੱਚੇ ਇਹੋ ਜਿਹੇ ਹੋਣਗੇ, ਤੁਹਾਨੂੰ ਵੀ ਪਤਾ ਹੈ, ਜਿਹੜੇ ਏਜੰਟਸ ਦੇ ਦਫ਼ਤਰਾਂ ਜਾਂਦੇ ਆ ਕਿ 5.5 ਬੈਂਡ ਹੈ ਜੀ ਮੇਰੇ, ਮੈਂ +2 ਜਾਂ ਮੈਂ ਗ੍ਰੈਜੂਏਸ਼ਨ ਕੀਤੀ ਆ, ਮੇਰੀ ਇੰਜੀਨੀਅਰਿੰਗ ਦਾ 3 ਸਾਲ ਦਾ ਡਿਪਲੋਮਾ ਮੇਰੇ ਕੋਲ, ਕੀ ਮੈਂ ਕੈਨੇਡਾ ਸਟੱਡੀ ਵੀਜ਼ਾ ਜਾ ਸਕਦਾ? ਏਜੰਟ ਕਹਿੰਦਾ ਹਾਂਜੀ ਜਾ ਸਕਦਾ। 10-20-25 ਹਜ਼ਾਰ ਲੈ ਕੇ ਤੁਹਾਡਾ ਕੇਸ ਰਿਫਿਊਜ਼ ਕਰਾ ਦਿੱਤਾ ਜਾਂਦਾ ਹੈ। ਉਹ ਇੱਥੇ ਤਾਂ ਇਹ ਕਹਿ ਰਿਹਾ ਕਿ 5.5 ਬੈਂਡ ਤੇ ਇੰਜੀਨੀਅਰਿੰਗ ਪ੍ਰੋਫਾਈਲ ਹੈ, ਕੰਪਿਊਟਰ ਇੰਜੀਨੀਅਰ ਹੋ, 2 4 5 ਸਾਲ ਦਾ ਐਕਸਪੀਰੀਅੰਸ ਹੈ, 5 5.5 ਬੈਂਡ ਹੈਗੇ ਆ, ਤਾਂ PNP ਦੇ ਵਿੱਚ ਤੁਹਾਡੀ PR ਡਾਇਰੈਕਟ ਮਿਲ ਸਕਦੀ ਹੈ। ਸੋ 70-80 ਹਜ਼ਾਰ ਦੇ ਆਸ-ਪਾਸ ਖਰਚਾ ਦੱਸਿਆ ਨਾ, ਜੋ ਸਰਕਾਰੀ ਖਰਚਾ ਹੈ, ਉੱਤੇ ਤੁਸੀਂ 14-15 ਲੱਖ ਰੁਪਏ ਸਿਰਫ ਸਟੱਡੀ ਵੀਜ਼ਾ ਦਾ ਲਾਉਣ ਨੂੰ ਫਿਰਦੇ ਹੋ। ਸੋ ਇੱਕ ICCRC ਮੈਂਬਰ, ਬਾਰ-ਬਾਰ ਮੈਂ ਕਿਉਂ ਕਹਿ ਰਿਹਾ, ਇੱਕ ਏਜੰਟ, ਕੋਈ ਸਧਾਰਨ ਏਜੰਟ ਇੱਥੇ ਆ ਕੇ ਕਵੇ ਕਿ ਇੰਜੀਨੀਅਰਿੰਗ ਵਾਲਾ ਬੱਚਾ 5.5 ਬੈਂਡ ਨਾਲ PR ਕਰਾ ਦੂੰ, ਸ਼ਾਇਦ ਮੈਨੂੰ ਵੀ ਲੱਗੂਗਾ ਝੂਠ ਬੋਲਦਾ ਪਿਆ, ਪਰ ਇੱਕ ICCRC ਮੈਂਬਰ ਤਾਂ ਘੱਟੋ ਘੱਟ ਝੂਠ ਨਹੀਂ ਬੋਲ ਸਕਦਾ। ICCRC ਮੈਂਬਰ ਤੇ ਯਕੀਨ ਕਰ ਸਕਦੇ ਹੋ। ਆਓ ਗੱਲਬਾਤ ਕਰੋ, ਜਾਣਕਾਰੀ ਲਓ, ਚੰਗਾ ਲੱਗੇ ਤੇ ਜਰੂਰ ਅਪਲਾਈ ਕਰੋ। ਨੰਬਰ ਨੋਟ ਕਰ ਸਕਦੇ ਹੋ ਜੀ, 98727 13988, 98725 13988। ਸੋ ਇੱਕ ਸਵਾਲ ਹੋਰ ਉੱਥੇ ਪੁੱਛੂੰਗਾ, ਹਸਬੈਂਡ ਵਾਈਫ ਨੇ ਅਪਲਾਈ, 2 ਸਵਾਲ ਇਕੱਠੇ ਪੁੱਛ ਲੈਣੇ ਆ। ਹਸਬੈਂਡ ਵਾਈਫ ਨੇ ਅਪਲਾਈ ਕਰਨਾ, ਕੀ ਹਸਬੈਂਡ ਵਾਈਫ ਇਕੱਠੇ ਅਪਲਾਈ ਕਰਨ ਤਾਂ ਜ਼ਿਆਦਾ ਪੁਆਇੰਟ ਬਣਨਗੇ, ਜਾਂ ਜਿਹਦੇ ਕੋਲ ਆਇਲਸ ਦਾ ਜ਼ਿਆਦਾ ਸਕੋਰ ਆ ਜਾਂ ਜਿਹਦੀ ਕੁਆਲੀਫਿਕੇਸ਼ਨ ਹਾਈ ਆ ਉਹ ਅਪਲਾਈ ਕਰੇ ਤੇ ਉਹਦੇ ਚਾਂਸਸ ਆ ਜ਼ਿਆਦਾ ਵੀਜ਼ਾ ਲੱਗਣ ਦੇ? ਪਹਿਲਾ ਸਵਾਲ। ਦੂਸਰਾ ਸਵਾਲ, ਅਗਰ ਹਸਬੈਂਡ ਵਾਈਫ ਦੇ ਨਾਲ ਇੱਕ ਬੱਚਾ ਵੀ ਆ, ਕੀ ਤਿੰਨਾਂ ਦੀ ਇਕੱਠਿਆਂ ਦੀ PR ਹੋਊਗੀ ਜਾਂ ਹਸਬੈਂਡ ਵਾਈਫ ਦੀ ਪਹਿਲਾਂ ਹੋਊਗੀ, ਬੱਚੇ ਨੂੰ ਬਾਅਦ 'ਚ ਜਾਣਾ ਪਊਗਾ? ਸਰ ਜਿਹੜੀ ਵੀ PR ਐਪਲੀਕੇਸ਼ਨ ਲੱਗਦੀ ਹੈ ਪ੍ਰਾਇਮਰਲੀ ਤਾਂ ਪੂਰੀ ਫੈਮਿਲੀ ਦੀ ਇਕੱਠੀ ਹੁੰਦੀ ਹੈ। ਬੱਚੇ ਜਿਹੜੇ ਵੀ 22 ਸਾਲ ਤੋਂ ਘੱਟ ਨੇ ਉਹ ਪਾਰਟ ਆਫ ਫੈਮਿਲੀ ਹੀ ਹੁੰਦੇ ਨੇ। ਤੇ ਇੱਕ ਸਿੰਪਲ ਸਿਨੈਰੀਓ ਇੱਕ ਇਦਾਂ ਦਾ ਹੁੰਦਾ ਹੈ ਕਿ ਜੇ ਕਿਸੇ ਦੇ ਇੰਗਲਿਸ਼ ਲੈਂਗੁਏਜ ਟੈਸਟ ਦੇ ਸਕੋਰਸ ਬਹੁਤ ਅੱਛੇ ਨੇ, ਉਹਨਾਂ ਦੀ ਮਾਸਟਰਸ ਕੁਆਲੀਫਿਕੇਸ਼ਨ ਹੈਗੀ ਹੈ, ਤੇ ਟੈਕਨੀਕਲੀ ਉਹਨਾਂ ਨੂੰ ਹੀ ਪ੍ਰਿੰਸੀਪਲ ਐਪਲੀਕੈਂਟ ਬਣਨਾ ਪੈਂਦਾ ਹੈ ਜਾਂ ਬਣਨਾ ਚਾਹੀਦਾ ਹੈ ਉਹਨਾਂ ਨੂੰ, ਸੋ ਦੈਟ ਕਿ ਆਪਣੇ ਜਿਹੜੇ ਸਕੋਰਸ ਨੇ ਉਹ ਇੱਕ ਅੱਛੇ ਲੈਵਲ ਤੇ ਪਹੁੰਚ ਜਾਣ।
ਫੋਰ ਐਗਜ਼ਾਮਪਲ ਜੇ ਕਿਸੇ ਦਾ ਵੀ ਸਕੋਰ ਇੱਕ ਬੀਇੰਗ ਮੈਰਿਡ ਬਿਕੋਜ਼ ਪੁਆਇੰਟਸ ਦਾ ਡਿਫਰੈਂਟ ਹੁੰਦਾ ਹੈ, ਜੇ ਉਹ ਸਿੰਗਲ ਅਪਲਾਈ ਕਰਦੇ ਨੇ ਤੇ ਪੁਆਇੰਟਸ ਦਾ ਡੈਫੀਨਿਟਲੀ ਥੋੜਾ ਜਿਹਾ ਫਰਕ ਪੈਂਦਾ ਹੈ ਤੇ ਸਿੰਗਲ ਐਪਲੀਕੈਂਟ ਨੂੰ ਪੁਆਇੰਟਸ ਜ਼ਿਆਦਾ ਮਿਲਦੇ ਨੇ। ਤੇ ਉਹਦਾ ਪ੍ਰੋਪਰ ਲੀਗਲ ਫਰੇਮਵਰਕ ਹੈ, ਇੱਕ ਤਰੀਕਾ ਹੈ ਐਪਲੀਕੇਸ਼ਨ ਲਗਾਉਣ ਦਾ ਕਿ ਐਪਲੀਕੇਸ਼ਨ ਜਿਹੜੀ ਸਬਮਿਟ ਕਰਨੀ ਹੈ ਵਿਦ ਅ ਨਾਨ ਅਕੰਪਨਿੰਗ ਸਪਾਊਸ ਉਹਨੂੰ ਕਿਸ ਤਰ੍ਹਾਂ ਸਬਮਿਟ ਕਰਨੀ ਹੈ। ਇਹ ਬਹੁਤ ਚੈਲੰਜਿੰਗ ਤੇ ਟੈਕਨੀਕਲ ਚੀਜ਼ ਹੈ, ਕਿਉਂਕਿ ਜੇ ਅਸੀਂ ਇਹ ਐਪਲੀਕੇਸ਼ਨ ਗਲਤ ਤਰੀਕੇ ਨਾਲ ਲਗਾਈ ਤੇ ਹੋ ਸਕਦਾ ਹੈ ਤੁਹਾਡਾ ਸਪਾਊਸ ਹਮੇਸ਼ਾ ਵਾਸਤੇ ਕੈਨੇਡਾ ਤੋਂ ਬਾਹਰ ਹੀ ਰਹਿ ਜਾਵੇ। ਜੀ ਇੱਕ ਚੀਜ਼ ਹੋਰ ਹੈ, ਬਹੁਤ ਸਾਰੇ ਲੋਕਾਂ ਨੇ ਇਸ਼ਤਿਹਾਰ ਦੇਖੇ ਅਖਬਾਰਾਂ ਦੇ ਵਿੱਚ ਔਰ ਟੀਵੀ ਤੇ ਐਡਾਂ ਦੇਖੀਆਂ, ਕਹਿੰਦੇ ਜੀ 5 5.5 6 ਮਿੰਟ ਤੇ ਅਪਲਾਈ ਕਰ ਲਓ। ਬਹੁਤ ਸਾਰੇ ਲੋਕਾਂ ਨੇ ਅਪਲਾਈ ਕੀਤੀ, ਐਕਸਪ੍ਰੈਸ ਐਂਟਰੀ ਦੇ ਵਿੱਚ 6 ਮਿੰਟ ਤੇ ਕੇਸ ਅਪਲਾਈ ਕਰਤੇ। ਹੁਣ ਦੋ ਚੀਜ਼ਾਂ ਹੈ, ਅਪਲਾਈ ਕਰਨਾ ਮੈਂ ਪਹਿਲਾਂ ਵੀ ਕਿਹਾ ਸੀ ਹੋਰ ਚੀਜ਼ ਆ, ਵੀਜ਼ਾ ਲੈਣਾ ਹੋਰ ਚੀਜ਼ ਆ। ਏਜੰਟਸ ਨੇ ਆਪਣੇ ਪੈਸਿਆਂ ਖਾਤਰ ਅਪਲਾਈ ਕਰਾ ਦਿੱਤੇ ਐਕਸਪ੍ਰੈਸ ਐਂਟਰੀ ਦੇ ਵਿੱਚ, ਪਰ ਐਕਸਪ੍ਰੈਸ ਐਂਟਰੀ ਵਿੱਚ ਪੂਲ ਦੇ ਵਿੱਚੋਂ ਫਾਈਲ ਪਿਕ ਨਹੀਂ ਹੋ ਪਾਈ। ਸੋ ਉਹਨਾਂ ਦੇ ਮਨਾਂ ਦੇ ਵਿੱਚ, ਲੋਕਾਂ ਦੇ ਮਨਾਂ 'ਚ ਡਰ ਇਹ ਪੈ ਗਿਆ ਕਿ ਸਾਡਾ ਵੀਜ਼ਾ ਰਿਜੈਕਟ ਹੋ ਗਿਆ। ਸੋ ਪੂਲ ਦੇ ਵਿੱਚੋਂ ਫਾਈਲ ਨਾ ਚੁੱਕਿਆ ਜਾਣਾ, ਕੀ ਅਸੀਂ ਇਹਨੂੰ ਸਮਝ ਸਕਦੇ ਹਾਂ ਕਿ ਵੀਜ਼ਾ ਰਿਜੈਕਟ ਹੋ ਗਿਆ? ਦੂਜਾ ਸਵਾਲ, ਅਗਰ ਪੂਲ ਚੋਂ ਫਾਈਲ ਨਹੀਂ ਚੁੱਕੀ ਗਈ 1 ਸਾਲ ਲਈ, ਕੀ ਅਸੀਂ ਦੁਬਾਰਾ ਫਾਈਲ ਪੁੱਟ ਅਪ ਕਰ ਸਕਦੇ? ਮਨੀਸ਼ ਜੀ, ਇਸ ਤਰ੍ਹਾਂ ਹੈ ਕਿ ਜੇ ਅਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਸਬਮਿਟ ਕੀਤਾ ਹੈ ਤੇ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗਵਰਨਮੈਂਟ ਆਫ ਕੈਨੇਡਾ ਨੂੰ ਜਾਂ ਇਮੀਗ੍ਰੇਸ਼ਨ ਨੂੰ ਇੱਕ ਫਾਰਮਲ ਐਪਲੀਕੇਸ਼ਨ ਸਬਮਿਟ ਕੀਤੀ ਹੈ। ਜਦੋਂ ਤੱਕ ਤੁਸੀਂ ਵੀ ਕੋਈ ਫੀਸ ਪੇ ਨਹੀਂ ਕਰਦੇ ਹੋ ਉਦੋਂ ਤੱਕ ਤੁਹਾਡੀ ਕੋਈ ਐਪਲੀਕੇਸ਼ਨ ਨਹੀਂ ਲੱਗਦੀ ਹੈ। ਤੇ ਜਿਵੇਂ ਤੁਸੀਂ ਪੁੱਛਿਆ ਹੈ ਕਿ ਜੇ ਅਸੀਂ ਇੱਕ ਵਾਰੀ EOI ਐਕਸਪ੍ਰੈਸ਼ਨ ਆਫ ਇੰਟਰਸਟ ਸਬਮਿਟ ਕਰਤਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ? ਦੇਖੋ, ਕੋਈ ਵੀ ਐਕਸਪ੍ਰੈਸ਼ਨ ਆਫ ਇੰਟਰਸਟ 1 ਸਾਲ ਲਈ ਵੈਲਿਡ ਹੁੰਦਾ ਹੈ। ਜਦੋਂ 1 ਸਾਲ ਪੂਰਾ ਹੋ ਜਾਂਦਾ ਹੈ ਤੇ ਆਟੋਮੈਟਿਕਲੀ ਉਹ ਪੂਲ ਤੋਂ ਬਾਹਰ ਆ ਜਾਂਦਾ ਹੈ ਪ੍ਰੋਫਾਈਲ, ਤੇ ਉਸ ਤੋਂ ਬਾਅਦ ਡੈਫੀਨਿਟਲੀ ਅਸੀਂ ਵਿਦਆਊਟ ਕੁਝ ਕੀਤੇ, ਆਈ ਮੀਨ ਐਕਸਟਰਾ ਕਾਸਟ ਖਰਚ ਕੀਤੇ, ਅਸੀਂ ਦੁਬਾਰਾ ਆਪਣਾ EOI ਸਬਮਿਟ ਕਰ ਸਕਦੇ ਹਾਂ ਪੂਲ ਫॉर ਅਨਦਰ 1 ਈਅਰ। ਜੀ, ਸੋ ਇੱਕ ਆਖਰੀ ਸਵਾਲ ਪੁੱਛੂੰਗਾ, ਉਸ ਤੋਂ ਪ੍ਰੋਗਰਾਮ ਸਮਾਪਤ ਕਰਾਂਗੇ। ਅਗਰ ਕੋਈ ਦਾ ਇਮੀਗ੍ਰੇਸ਼ਨ ਲਾਂਚ ਯਾਨੀ ਤੁਹਾਡੇ ਕੋਲ ਆ ਕੇ ਅਪਲਾਈ ਕਰਦਾ ਹੈ ਤੇ ਤੁਸੀਂ ਕਿੱਥੇ ਦੀ PR ਕਰਵਾ ਸਕਦੇ ਹੋ? ਟੋਰਾਂਟੋ, ਵੈਨਕੂਵਰ, ਸਸਕੈਚੁਅਨ, ਮੈਨੀਟੋਬਾ, ਕਿਊਬੈਕ, ਕਿੱਥੋਂ ਨਹੀਂ ਕਰਵਾ ਸਕਦੇ? ਸਰ, ਐਜ਼ ਅ ICCRC ਮੈਂਬਰ ਅਸੀਂ ਆਥੋਰਾਈਜ਼ਡ ਹਾਂ ਓਵਰਆਲ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਗਰਾਮਸ ਨੂੰ ਅਸੀਂ ਅਪਲਾਈ ਕਰ ਸਕਦੇ ਹਾਂ। ਸਾਡੇ ਕੋਲ ਸਪੈਸ਼ਲ ਲਾਇਸੈਂਸ ਵੀ ਹੈ। ਉਸ ਤੋਂ ਇਲਾਵਾ ਕੁਝ PNPs ਇਹੋ ਜਿਹੀਆਂ ਹੁੰਦੀਆਂ, ਫੋਰ ਐਗਜ਼ਾਮਪਲ BC PNP ਹੈ ਜਿਹਦੇ ਅੰਦਰ ਜੌਬ ਆਫਰ ਦੀ ਰਿਕੁਆਇਰਮੈਂਟ ਹੁੰਦੀ ਹੈ, ਜਾਂ ਮੈਨੀਟੋਬਾ PNP ਹੈ ਜਿਹਦੇ ਅੰਦਰ ਤੁਹਾਡਾ ਕੋਈ ਕਨੈਕਸ਼ਨ ਹੋਣਾ ਚਾਹੀਦਾ ਹੈ। ਤੇ ਜੇ ਕੋਈ ਕੈਂਡੀਡੇਟ ਇਹੋ ਜਿਹਾ ਹੈ ਜਿਹਦੇ ਕੀ ਰੈਲੇਵੈਂਟ ਕੁਆਲੀਫਿਕੇਸ਼ਨ ਹੈ, ਰੈਲੇਵੈਂਟ ਸਕਿੱਲਸ ਹੈ, ਤੇ ਸਾਡੇ ਪੈਨਲ ਤੇ ਐਲੀਜੀਬਲ ਰਿਕਰੂਟਰ ਵੀ ਨੇ ਕੈਨੇਡਾ 'ਚ ਜਿਹੜੇ ਕਿ ਤੁਹਾਨੂੰ ਉੱਥੇ ਐਲੀਜੀਬਲ EMPLOYER ਨਾਲ ਜੋੜਨ 'ਚ ਹੈਲਪ ਕਰਦੇ ਆ। ਜੀ, ਅਗਲਾ ਸਵਾਲ ਮੇਰਾ ਇਹੀ ਸੀ, ਮਾਫੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਲੋਕੀ PR ਬਹੁਤ ਅਪਲਾਈ ਕਰਨਾ ਚਾਹੁੰਦੇ ਨੇ, ਪਰ ਜਦੋਂ ਏਜੰਟਸ ਕੋਲ ਜਾਂ ਕੰਸਲਟੈਂਟ ਕੋਲ ਜਾਂਦੇ ਆ ਉਹ ਕਹਿੰਦੇ ਜੀ ਸਾਡੇ ਕੋਲ ਜੌਬ ਆਫਰ ਨਹੀਂ ਹੈਗੀ, ਸਾਡੇ ਕੋਲ LMIA ਨਹੀਂ ਹੈਗੀ। ਸੋ ਕੀ ਇੱਕ ICCRC ਮੈਂਬਰ ਨੂੰ, ਤੁਸੀਂ ਰਹਿੰਦੇ ਕੈਨੇਡਾ 'ਚੋਂ, ਤੁਹਾਡੇ ਕੋਲ ਕੋਈ ਅਪਰੂਵਡ ਰਿਕਰੂਟਰਸ ਹੋਣਗੇ, ਕੀ ਤੁਸੀਂ ਕੋਈ ਜੌਬ ਆਫਰ ਉਹਨਾਂ ਨੂੰ ਕੋਈ ਹੈਲਪ ਕਰ ਸਕਦੇ ਹੋ ਜੇਕਰ ਕੈਂਡੀਡੇਟ ਐਲੀਜੀਬਲ ਹੈ? ਫੋਰ ਐਗਜ਼ਾਮਪਲ ਮੈਂ ਅਪਲਾਈ ਕਰਨਾ, ਮੈਂ ਐਲੀਜੀਬਲ ਬਣਦਾ, ਕੀ ਮੇਰੇ ਲਈ ਕੋਈ ਜੌਬ ਆਫਰ 'ਚ ਹੈਲਪ ਕਰ ਸਕਦੇ ਹੋ ਤੁਸੀਂ? ਮਨੀਸ਼ ਜੀ, ਜੇ ਕੋਈ ਵੀ ਐਪਲੀਕੈਂਟ EMPLOYER ਦਾ ਕ੍ਰਾਈਟੇਰੀਆ, ਫੋਰ ਐਗਜ਼ਾਮਪਲ ਜੇ ਉਹਦੇ ਕੋਲ ਜੌਬ ਹੈ ਇੱਕ ਐਡਵਰਟਾਈਜ਼ਿੰਗ ਮੈਨੇਜਰ ਦੀ, ਤੇ ਉਹ ਐਪਲੀਕੈਂਟ ਜਿਹੜਾ ਇੰਡੀਆ 'ਚ ਬੈਠਾ ਹੈ ਉਹ EMPLOYER ਦਾ ਪੂਰਾ ਕ੍ਰਾਈਟੇਰੀਆ ਮੀਟ ਕਰਦਾ ਹੈ, ਉਹਦੀ EMPLOYMENT ਦੀ ਰਿਕੁਆਇਰਮੈਂਟਸ ਇਨ ਟਰਮਸ ਆਫ ਕੁਆਲੀਫਿਕੇਸ਼ਨ, ਵਰਕ ਐਕਸਪੀਰੀਅੰਸ ਮੀਟ ਕਰਦਾ ਹੈ, ਤੇ ਅਸੀਂ ਡੈਫੀਨਿਟਲੀ ਉਹਦੀ ਹੈਲਪ ਕਰ ਸਕਦੇ ਹਾਂ ਥਰੂ ਐਲੀਜੀਬਲ ਰਿਕਰੂਟਰਸ। ਤੇ EMPLOYER ਦਾ ਇੰਟਰਵਿਊ ਹੁੰਦਾ ਹੈ ਤੁਹਾਡਾ, ਤੇ ਜੇ ਤੁਸੀਂ ਪਾਸ ਕਰਦੇ ਹੋ ਇੰਟਰਵਿਊ, ਡੈਫੀਨਿਟਲੀ ਤੁਹਾਨੂੰ ਜੌਬ ਆਫਰ ਮਿਲ ਸਕਦੀ ਹੈ। ਜੀ, ਸੋ ਬਹੁਤ ਸਾਰੇ ਤਰ੍ਹਾਂ ਦੇ ਸਵਾਲ ਹੋਣਗੇ ਜੋ ਤੁਹਾਡੇ ਮਨਾਂ ਦੇ ਵਿੱਚ, ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੇ ਦਿਲਾਂ ਦੇ ਵਿੱਚ ਹੋਣਗੇ। ਇਹ 20-25 ਮਿੰਟ ਦੇ ਸ਼ੋਅ ਦੇ ਵਿੱਚ ਪੂਰੀ ਅਸੀਂ ਜਿਹੜੀ ਆ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਸਮਾਂ ਬਹੁਤ ਘੱਟ ਹੁੰਦਾ, ਪਰ ਇੱਕ ICCRC ਮੈਂਬਰ ਜਦੋਂ ਕੈਨੇਡਾ ਤੋਂ ਚੱਲ ਕੇ ਖੁਦ ਤੁਹਾਡੇ ਜਲੰਧਰ ਸ਼ਹਿਰ ਦੇ ਵਿੱਚ ਆਇਆ, ਪੰਜਾਬ ਦੇ ਵਿੱਚ ਆਇਆ, ਉਹਨੂੰ ਮਿਲਣਾ ਜ਼ਰੂਰ ਚਾਹੀਦਾ ਹੈ। ਜੇਕਰ ਕਿਸੇ ਤਰ੍ਹਾਂ ਦਾ ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਤੁਸੀਂ ਸਵਾਲ ਪੁੱਛਣਾ ਕੈਨੇਡਾ ਇਮੀਗ੍ਰੇਸ਼ਨ ਦਾ, ਮੈਂ ਸਿਰਫ PR ਦੀ ਗੱਲ ਨਹੀਂ ਕਰੂੰਗਾ ਇੱਥੇ, ਤੁਸੀਂ ਟੂਰਿਸਟ ਤੋਂ ਰਿਫਿਊਜ਼ ਹੋ, ਵਿਜ਼ਟਰ ਤੋਂ ਰਿਫਿਊਜ਼ ਹੋ, ਸਟੂਡੈਂਟ ਤੋਂ ਰਿਫਿਊਜ਼ ਹੋ, PR 'ਚ ਪੂਲ 'ਚ ਫਾਈਲ ਪਾਈ ਸੀ ਨਹੀਂ ਚੁੱਕੀ ਗਈ, ਘੱਟ ਬੈਂਡ ਤੇ PR ਚਾਹੁੰਦੇ ਹੋ, ਨਰਸਿੰਗ ਦਾ ਤੁਸੀਂ ਕੋਈ ਡਿਗਰੀ ਕੀਤੀ ਹੋਈ ਹੈ, 5 ਬੈਂਡ ਆ, 5.5 ਬੈਂਡ ਆ, ਤੁਸੀਂ ਇੰਜੀਨੀਅਰ ਹੋ, ਵੈਲਡਰ ਹੋ, ਕਾਰਪੈਂਟਰ ਹੋ, 5-5.5 ਬੈਂਡ ਤੇ ਕਿਵੇਂ ਸਿੱਧੇ ਤੌਰ ਤੇ ਪਰਿਵਾਰ ਸਮੇਤ PR ਲੈ ਸਕਦੇ ਹੋ? ਇਹ तमाम ਗੱਲਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਜਲੰਧਰ ਵਿੱਚ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ। ਦਾ ਇਮੀਗ੍ਰੇਸ਼ਨ ਲਾਂਚ ਦੇ ਵਿੱਚ ਨੰਬਰ ਨੋਟ ਕਰ ਲਓ, 98 727 13988 98725 13988। ਇਹਨਾਂ ਨੰਬਰਾਂ ਦਾ ਸੰਪਰਕ ਕਰਕੇ ਇਹਨਾਂ ਨੂੰ ਮਿਲ ਸਕਦੇ ਹੋ ਔਰ ਕਿਵੇਂ ਤੁਸੀਂ ਆਪਣੇ ਪਰਿਵਾਰ ਸਮੇਤ ਪੱਕੇ ਤੌਰ ਤੇ ਕੈਨੇਡਾ ਜਾ ਸਕਦੇ ਹੋ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਸੋ ਜਤਿਨ ਜੀ ਸਟੂਡੀਓ ਵਿੱਚ ਆਏ, ਜਾਣਕਾਰੀ ਦਿੱਤੀ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ।